ਹੈਲੋ ਫਰੈਂਡਸ, ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਸ਼ੁਰੂ ਕੀਤਾ ਸੀਗਾ 7th ਕਲਾਸ SST ਬੁੱਕ ਦਾ ਪਾਰਟ 3 ਨਾਗਰਿਕ ਸ਼ਾਸਤਰ। ਇਹਦੇ ਵਿੱਚ ਆਪਾਂ 18ਵਾਂ ਲੈਸਨ ਜੋ ਹੈ ਪੜ੍ਹਨਾ ਸਟਾਰਟ ਕੀਤਾ ਸੀਗਾ। ਅੱਧਾ ਲੈਸਨ ਆਪਾਂ ਕਰ ਲਿਆ ਸੀਗਾ ਅਤੇ ਅੱਧਾ ਹੁਣ ਆਪਾਂ ਕੰਪਲੀਟ ਕਰਦੇ ਹਾਂ ਸਬ ਲੈਸਨ ਨੂੰ। ਅਤੇ ਚੈਪਟਰ ਦਾ ਨਾਂ ਸੀਗਾ ਆਪਣਾ ਲੋਕਤੰਤਰ ਅਤੇ ਸਮਾਨਤਾ। ਚਲੋ ਆਪਾਂ ਜਿੱਥੋਂ ਛੱਡਿਆ ਸੀਗਾ ਉੱਥੇ ਅੱਗੇ ਪੜ੍ਹਦੇ ਹਾਂ। ਲੋਕਤੰਤਰ ਅਤੇ ਸਮਾਨਤਾ ਆਪਾਂ ਪੜ੍ਹ ਲਿਆ ਸੀਗਾ ਕਿ ਲੋਕਤੰਤਰ ਕੀ ਹੈ, ਭਾਰਤ ਦੇ ਵਿੱਚ ਲੋਕਤੰਤਰ ਕਿਹੋ ਜਿਹਾ ਹੈ। ਲੋਕਤੰਤਰ ਹੀ ਗਣਰਾਜ ਹੈ ਅਤੇ ਭਾਰਤ ਦੇ ਅੰਦਰ ਜੋ ਨਾਮਾਤਰ ਦਾ ਮੁਖੀ ਹੁੰਦਾ ਰਾਸ਼ਟਰਪਤੀ, ਅਤੇ ਅਸਲੀ ਕਾਰਜ ਸਾਧਕ ਕੌਣ ਹੁੰਦਾ, ਪ੍ਰਧਾਨ ਮੰਤਰੀ। ਅਤੇ ਰਾਜ ਪੱਧਰ 'ਤੇ ਆਪਣਾ ਨਾਮਾਤਰ ਦਾ ਮੁਖੀ ਹੁੰਦਾ ਰਾਜਪਾਲ, ਅਤੇ ਅਸਲੀ ਕਾਰਜ ਸਾਧਕ ਹੁੰਦਾ ਰਾਜ ਪੱਧਰ 'ਤੇ ਉਹ ਹੁੰਦਾ ਆਪਣਾ ਮੁੱਖ ਮੰਤਰੀ। ਇੱਥੇ ਆਪਾਂ ਲੋਕਤੰਤਰ ਦਾ ਅਰਥ ਪੜ੍ਹ ਲਿਆ ਸੀਗਾ ਕੀ ਹੁੰਦਾ। ਇਹਦੇ ਵਿੱਚ ਆਪਾਂ ਇੱਕ ਪਰਿਭਾਸ਼ਾ ਪੜ੍ਹੀ ਸੀ ਇਬਰਾਹਿਮ ਲਿੰਕਨ ਦੀ, ਲੋਕਾਂ ਦੇ ਲਈ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਲੋਕਤੰਤਰੀ ਸਰਕਾਰ ਕਹਾਉਂਦੀ ਹੈ। ਇਹ ਇਬਰਾਹਿਮ ਲਿੰਕਨ ਦੀ ਆਪਾਂ ਫੋਟੋ ਵੇਖ ਲਈ ਸੀਗੀ। ਲੋਕਤੰਤਰ ਦਾ ਆਰੰਭ ਪੜ੍ਹ ਲਿਆ ਸੀਗਾ ਆਪਾਂ, ਕਿੱਥੋਂ ਹੋਇਆ ਸੀਗਾ। ਇਹ ਯੂਨਾਨ ਦੇ ਐਥਨ ਸ਼ਹਿਰ ਤੋਂ ਹੋਇਆ ਸੀਗਾ। ਲੋਕ ਜੋ ਹੈ ਇਕੱਠੇ ਹੋ ਕੇ ਸਭਾ ਕਰਦੇ ਸੀਗੇ ਅਤੇ ਉਸੇ ਸਭਾ ਦੇ ਵਿੱਚ ਜੋ ਫੈਸਲੇ ਲੈ ਲੈਂਦੇ ਸੀਗੇ ਉਸੇ ਨੂੰ ਆਪਣੇ ਕਾਨੂੰਨ ਬਣਾ ਲੈਂਦੇ ਸੀਗੇ। ਤਾਂ ਇਸ ਤਰੀਕੇ ਨਾਲ ਲੋਕਤੰਤਰ ਦਾ ਜੋ ਵਿਕਾਸ ਹੋਇਆ ਉਹ ਪੜ੍ਹਿਆ ਸੀਗਾ ਆਪਾਂ। ਇਹਦੇ ਵਿੱਚ ਆਪਾਂ ਕਾਨੂੰਨ ਦੀ ਸਮਾਨਤਾ ਬਾਰੇ ਪੜ੍ਹਿਆ ਸੀਗਾ ਅਤੇ ਤੁਹਾਨੂੰ ਇੱਕ ਅਨੁਛੇਦ ਦੱਸਿਆ ਸੀਗਾ ਭਾਰਤੀ ਸੰਵਿਧਾਨ ਦਾ, ਜੋ ਕਿ 14 ਨੰਬਰ ਅਨੁਛੇਦ ਦੇ ਨਾਲ ਰਿਲੇਟਡ ਹੈ। 14 ਨੰਬਰ ਅਨੁਛੇਦ ਦੇ ਵਿੱਚ ਕੀ ਕਿਹਾ ਗਿਆ ਹੈ ਭਾਰਤੀ ਸੰਵਿਧਾਨ 'ਚ ਕਿ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਹੋਣਗੇ, ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ। ਅਤੇ ਅਨੁਛੇਦ 15 ਪੜ੍ਹਿਆ ਸੀਗਾ ਆਪਾਂ ਕਿ ਕਿਸੇ ਦੇ ਨਾਲ ਧਰਮ, ਜਾਤ, ਲਿੰਗ ਆਦਿ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਗੇ। ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ, ਕਿ ਲੋਕਤੰਤਰ ਨੂੰ ਅਗਰ ਸਫਲ ਬਣਾਉਣਾ ਹੈ ਤਾਂ ਇਹਦੇ ਲਈ ਕੀ ਜ਼ਰੂਰੀ ਸ਼ਰਤਾਂ ਹੋਣੀਆਂ ਚਾਹੀਦੀਆਂ। ਚਲੋ ਸ਼ੁਰੂ ਕਰਦੇ ਹਾਂ। ਤਾਂ ਆਪਣੇ ਲਿਖਿਆ ਹੋਇਆ ਹੈ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ। ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ ਗਿਆ। ਜੋ ਆਧੁਨਿਕ ਯੁੱਗ ਦੇ ਵਿੱਚ ਮੰਨਿਆ ਗਿਆ ਲੋਕਤੰਤਰੀ ਸਰਕਾਰ ਜੋ ਹੈ ਇਸੇ ਨੂੰ ਹੀ ਸਭ ਤੋਂ ਵਧੀਆ ਸਰਕਾਰ ਮੰਨਿਆ ਗਿਆ, ਕਿਉਂਕਿ ਇਹਦੇ ਵਿੱਚ ਲੋਕਾਂ ਦੇ ਹਿੱਤਾਂ ਦੀ ਰਾਖੀ ਹੁੰਦੀ ਹੈ। ਲੋਕਾਂ ਦੇ ਹਿੱਤ ਸਭ ਤੋਂ ਅੱਗੇ ਰੱਖੇ ਜਾਂਦੇ ਨੇ ਅਤੇ ਲੋਕਾਂ ਦੀਆਂ ਹਿੱਤਾਂ ਦੇ ਅਨੁਸਾਰ ਹੀ ਕੰਮ ਕੀਤਾ ਜਾਂਦਾ ਹੈ। ਅਤੇ ਲੋਕ ਜਿਹੜੇ ਆ ਆਪਣੇ ਪ੍ਰਤੀਨਿਧੀ ਚੁਣ ਕੇ ਦੇਸ਼ ਦਾ ਸ਼ਾਸਨ ਚਲਾਉਂਦੇ ਆ। ਪਰੰਤੂ ਇੱਕ ਸਫਲ ਲੋਕਤੰਤਰੀ ਰਾਜ ਵਿੱਚ ਲੋਕਤੰਤਰੀ ਸਰਕਾਰ ਦੀ ਸਫਲਤਾ ਲਈ ਅੱਗੇ ਲਿਖੀਆਂ ਕੁਝ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ। ਤਾਂ ਅੱਗੇ ਕੁਝ ਸ਼ਰਤਾਂ ਲਿਖੀਆਂ ਗਈਆਂ ਉਹ ਆਪਾਂ ਪੜ੍ਹਾਂਗੇ ਅਤੇ ਉਹਨਾਂ ਦਾ ਹੋਣਾ ਜ਼ਰੂਰੀ ਹੈ ਇੱਕ ਲੋਕਤੰਤਰੀ ਸਰਕਾਰ ਦੇ ਲਈ। ਇੱਕ ਲੋਕਤੰਤਰੀ ਰਾਜ ਬਣਾਉਣ ਦੇ ਲਈ, ਇੱਕ ਲੋਕਤੰਤਰੀ ਸਰਕਾਰ ਲਈ ਜੋ ਸ਼ਰਤਾਂ ਨੇ ਉਹ ਇਸ ਪ੍ਰਕਾਰ ਨੇ। ਤਾਂ ਪਹਿਲੀ ਸ਼ਰਤ ਕੀ ਹੈਗੀ ਹੈ, ਪਹਿਲਾ ਪੁਆਇੰਟ ਆਪਣਾ ਹੈਗਾ ਇਹਦੇ 'ਚ ਸ਼ਰਤਾਂ ਦੇ ਵਿੱਚ ਸੂਝਵਾਨ ਨਾਗਰਿਕ ਹੋਣਾ। ਸਭ ਤੋਂ ਪਹਿਲਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਅਗਰ ਲੋਕਤੰਤਰ ਨੂੰ ਕਾਇਮ ਕਰਨਾ ਹੈ ਤਾਂ ਉਹਦੇ ਵਿੱਚ ਸੂਝਵਾਨ ਨਾਗਰਿਕਾਂ ਦਾ ਹੋਣਾ ਜ਼ਰੂਰੀ ਹੈ। ਜ਼ਿਆਦਾ ਅਨਪੜ੍ਹ ਵੀ ਨਹੀਂ ਹੋਣੇ ਚਾਹੀਦੇ ਅਤੇ ਜ਼ਿਆਦਾ ਜੋ ਹੈ ਪਛੜੀ ਸੋਚ ਦੇ ਲੋਕ ਵੀ ਨਹੀਂ ਹੋਣੇ ਚਾਹੀਦੇ। ਸੂਝਵਾਨ ਨਾਗਰਿਕਾਂ ਦਾ ਹੋਣਾ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਸੂਝਵਾਨ ਨਾਗਰਿਕ ਹੋਣਗੇ ਤਾਂ ਹੀ ਉਹ ਆਪਣੇ ਜੋ ਪ੍ਰਤੀਨਿਧੀ ਸਹੀ ਢੰਗ ਨਾਲ ਚੁਣ ਸਕਣਗੇ। ਇਹ ਸਮਝ ਸਕਣਗੇ ਕਿ ਕੌਣ ਉਹਨਾਂ ਦੇ ਹਿੱਤਾਂ ਦੀ ਰਾਖੀ ਕਰ ਸਕੇਗਾ, ਕੌਣ ਨਹੀਂ ਕਰ ਸਕੇਗਾ। ਉਹ ਸਹੀ ਡਿਸੀਜ਼ਨ ਲੈ ਸਕਣਗੇ, ਸਹੀ ਫੈਸਲੇ ਲੈ ਸਕਣਗੇ ਆਪਣੇ ਪ੍ਰਤੀਨਿਧੀਆਂ ਦੀ ਚੋਣ ਦੇ ਵਿੱਚ, ਅਤੇ ਲੋਕਤੰਤਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਉਹ ਸਹੀ ਫੈਸਲੇ ਲੈ ਸਕਣਗੇ। ਇਸ ਲਈ ਨਾਗਰਿਕਾਂ ਦਾ ਜੋ ਹੈ ਸੂਝਵਾਨ ਹੋਣਾ ਜ਼ਰੂਰੀ ਹੈ। ਲੋਕਤੰਤਰੀ ਸਰਕਾਰ ਦਾ ਇੱਕ ਮੂਲ ਆਧਾਰ ਲੋਕ ਇੱਛਾ ਹੈ। ਮੂਲ ਆਧਾਰ ਕੀ ਹੈ? ਲੋਕ ਇੱਛਾ ਹੈ, ਭਾਵ ਲੋਕਾਂ ਦੀ ਮਰਜ਼ੀ ਹੈ, ਜਿਸ ਦੇ ਆਧਾਰ 'ਤੇ ਸਰਕਾਰ ਚਲਾਈ ਜਾਂਦੀ ਹੈ। ਲੋਕਾਂ ਦੇ ਹਿੱਤਾਂ ਦੇ ਅਨੁਸਾਰ ਹੀ ਸਰਕਾਰ ਚਲਾਈ ਜਾਂਦੀ ਹੈ। ਇਸ ਦੇ ਲਈ ਲੋਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦਾ ਭਾਵ ਬਹੁਤੇ ਪੜ੍ਹੇ ਲਿਖੇ ਹੋਣਾ ਨਹੀਂ ਹੈ, ਸਗੋਂ ਰਾਜਨੀਤਿਕ ਤੌਰ 'ਤੇ ਪਰਿਪੱਕ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਰਾਜਨੀਤੀ ਬਾਰੇ ਗਿਆਨ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਆਪਣੇ ਬਾਲਗ ਵੋਟ ਅਧਿਕਾਰ ਦਾ ਜੋ ਪ੍ਰਯੋਗ ਹੈ ਉਸ ਦਾ ਪ੍ਰਯੋਗ ਕਰਨ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਵੋਟਿੰਗ ਦੇ ਅਧਿਕਾਰ ਤੋਂ ਲੈ ਕੇ ਰਾਜਨੀਤੀ ਦੇ ਵਿੱਚ ਚੋਣਾਂ ਲੜਨ ਦੇ ਜੋ ਤੌਰ ਤਰੀਕੇ ਹੈ ਉਹਨਾਂ ਦੇ ਬਾਰੇ ਜਾਣੂ ਹੋਣਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਇਹਨਾਂ ਅਧਿਕਾਰਾਂ ਦੇ ਬਾਰੇ ਜਾਣੂ ਹੋਣਾ ਚਾਹੀਦਾ ਹੈ। ਅਜਿਹੇ ਲੋਕ ਹੀ ਆਪਣੇ ਸੂਝਵਾਨ ਪ੍ਰਤੀਨਿਧੀ ਦੀ ਚੋਣ ਕਰਕੇ ਦੇਸ਼ ਦੀ ਸ਼ਾਸਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਨੇ
ਹੁਣੇ ਤੁਹਾਨੂੰ ਦੱਸਿਆ ਸੀ ਕਿ ਸੂਝਵਾਨ ਪ੍ਰਤੀਨਿਧੀਆਂ ਦੀ ਚੋਣ ਕਰ ਸਕਦੇ ਨੇ ਜੇਕਰ ਸੂਝਵਾਨ ਨਾਗਰਿਕ ਨੇ ਤੇ ਸ਼ਾਸਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਨੇ। ਪ੍ਰਤੀਨਿਧਾਂ ਦੀ ਅਗਵਾਈ ਤੇ ਕੰਟਰੋਲ ਕਰ ਸਕਦੇ ਨੇ। ਜੋ ਪ੍ਰਤੀਨਿਧੀ ਚੁਣ ਕੇ ਭੇਜੇ ਆ ਉਹ ਜੋ ਅਗਵਾਈ ਕਰ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰ ਸਕਦੇ ਆ ਜੇਕਰ ਉਹ ਸੂਝਵਾਨ ਨੇ। ਨੈਕਸਟ ਆਪਣੀ ਸ਼ਰਤ ਹੈਗੀ ਹੈ ਲੋਕਤੰਤਰ ਦੇ ਲਈ ਸਮਝਦਾਰ ਅਤੇ ਸੂਝਵਾਨ ਨੇਤਾ ਗਣ ਹੋਣੇ ਚਾਹੀਦੇ ਨੇ। ਸਮਝਦਾਰ ਹੋਣੇ ਚਾਹੀਦੇ ਨੇ, ਜੋ ਵੀ ਨੇਤਾ ਆਪਾਂ ਚੁਣ ਰਹੇ ਹਾਂ ਉਹ ਜੋ ਹੈ ਸੂਝਵਾਨ ਹੋਣੇ ਚਾਹੀਦੇ ਨੇ, ਸਮਝਦਾਰ ਹੋਣੇ ਚਾਹੀਦੇ ਨੇ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਹੋਣੇ ਚਾਹੀਦੇ ਨੇ ਤੇ ਇਮਾਨਦਾਰ ਹੋਣੇ ਚਾਹੀਦੇ ਨੇ। ਇਸ ਪੱਖੋਂ ਜੇਕਰ ਸਰਕਾਰ ਸਮਝਦਾਰ ਪੜ੍ਹੇ ਲਿਖੇ ਅਤੇ ਚੇਤਨ ਨੇਤਾਵਾਂ ਦੁਆਰਾ ਚਲਾਈ ਜਾਵੇਗੀ ਤਾਂ ਸਰਕਾਰ ਕਾਬਲ ਹੋਵੇਗੀ। ਜੇਕਰ ਪੜ੍ਹੇ ਲਿਖੇ ਤੇ ਚੇਤਨ ਹੋਣਗੇ ਤਾਂ ਉਹੀ ਸਹੀ ਡਿਸੀਜਨ ਲੈ ਸਕਣਗੇ ਕਿ ਨਾਗਰਿਕਾਂ ਦੇ ਲਈ ਕੀ ਸਟੈਪ ਸਹੀ ਹੈ ਕੀ ਨਹੀਂ ਹੈ। ਜੇਕਰ ਆਪਾਂ ਚੁਣਦੇ ਹੀ ਇੱਕ ਅਨਪੜ੍ਹ ਤਰ੍ਹਾਂ ਦੇ ਲੋਕ ਰਹਾਂਗੇ, ਪਛੜੀ ਸੋਚ ਦੇ ਲੋਕ ਨੂੰ ਜੇਕਰ ਆਪਾਂ ਨੇਤਾ ਪ੍ਰਤੀਨਿਧੀ ਚੁਣ ਕੇ ਭੇਜਦੇ ਰਹਾਂਗੇ ਤਾਂ ਉਹ ਸਹੀ ਢੰਗ ਨਾਲ ਸਰਕਾਰ ਨਹੀਂ ਚਲਾਉਣਗੇ ਤੇ ਉਹ ਊਲ ਜਲੂਲ ਜੋ ਹੈ ਡਿਸੀਜਨ ਲੈਂਦੇ ਰਹਿਣਗੇ ਤੇ ਦੇਸ਼ ਦਾ ਬੇੜਾ ਗਰਕ ਜੋ ਹੈ ਉਹ ਕਰਦੇ ਰਹਿਣਗੇ। ਇਸ ਲਈ ਜੋ ਸਰਕਾਰ ਚਲਾਉਣ ਦੇ ਲਈ ਆਪਾਂ ਪ੍ਰਤੀਨਿਧੀ ਚੁਣਦੇ ਹਾਂ ਉਹਨਾਂ ਦਾ ਪੜ੍ਹੇ ਲਿਖੇ ਤੇ ਚੇਤਨ ਹੋਣਾ ਜ਼ਰੂਰੀ ਹੈ, ਤਾਂ ਹੀ ਸਰਕਾਰ ਕਾਬਲ ਹੋ ਸਕਦੀ ਹੈ। ਸੂਝਵਾਨ ਵੋਟਰ ਹੀ ਸਮਝਦਾਰ ਅਤੇ ਇਮਾਨਦਾਰ ਨੇਤਾਵਾਂ ਦੀ ਚੋਣ ਕਰ ਸਕਦੇ ਨੇ। ਜੋ ਸੂਝਵਾਨ ਨਾਗਰਿਕ ਨੇ ਆਪਾਂ ਪਹਿਲਾ ਪੁਆਇੰਟ ਪੜ੍ਹਿਆ ਸੀਗਾ ਤਾਂ ਉਹ ਇਸੇ ਕਰਕੇ ਹੀ ਪੜ੍ਹਿਆ ਸੀਗਾ। ਸਭ ਤੋਂ ਪਹਿਲਾਂ ਉਹ ਇਸੇ ਕਰਕੇ ਦਿੱਤਾ ਗਿਆ ਕਿਉਂਕਿ ਜੇਕਰ ਸੂਝਵਾਨ ਵੋਟਰ ਹੋਣਗੇ, ਸੂਝਵਾਨ ਨਾਗਰਿਕ ਹੋਣਗੇ ਤਾਂ ਹੀ ਉਹ ਸੂਝਵਾਨ ਨੇਤਾ ਨੂੰ ਚੁਣ ਸਕਣਗੇ ਜੋ ਆਪਣੇ ਦੇਸ਼ ਦੀ ਜ਼ਿੰਮੇਵਾਰੀ ਨੂੰ ਸੁਚੱਜਤਾ ਨਾਲ ਨਿਭਾ ਸਕਣ ਤੇ ਉਹ ਅਜਿਹੇ ਨਾਗਰਿਕ ਨੂੰ ਹੀ ਆਪਣਾ ਪ੍ਰਤੀਨਿਧੀ ਚੁਣਨਗੇ, ਅਜਿਹੀ ਉਮੀਦਵਾਰ ਨੂੰ ਹੀ ਆਪਣਾ ਪ੍ਰਤੀਨਿਧੀ ਚੁਣਨਗੇ ਜੋ ਜ਼ਿੰਮੇਵਾਰੀ ਅਤੇ ਸੁਚੱਜਤਾ ਦੇ ਨਾਲ ਹੀ ਆਪਣਾ ਜੋ ਹੈ ਕੰਮ ਕਰ ਸਕਣ, ਸਹੀ ਢੰਗ ਨਾਲ ਜੋ ਹੈ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਤਾਂ ਨੈਕਸਟ ਸ਼ਰਤ ਹੈ ਆਪਣੀ ਅਨੁਸ਼ਾਸਿਤ ਨਾਗਰਿਕ ਅਤੇ ਸਿਧਾਂਤ 'ਤੇ ਆਧਾਰਿਤ ਰਾਜਨੀਤਿਕ ਦਲ। ਸਿਧਾਂਤਾਂ ਦੇ ਆਧਾਰਿਤ ਜੋ ਸਿਧਾਂਤ ਉਹਨਾਂ ਨੇ ਘੜੇ ਹੋਏ ਆ ਆਪਣੇ, ਉਹਨਾਂ ਦੇ ਉੱਤੇ ਆਧਾਰਿਤ ਹੀ ਰਾਜਨੀਤਿਕ ਦਲ ਹੋਣੇ ਚਾਹੀਦੇ ਆ। ਅਨੁਸ਼ਾਸਿਤ ਨਾਗਰਿਕ ਹੋਣੇ ਚਾਹੀਦੇ ਆ, ਲੜਾਈ ਪੜ੍ਹਾਈ ਵਾਲੇ ਲੋਕ ਨਹੀਂ ਹੋਣੇ ਚਾਹੀਦੇ, ਅਨੁਸ਼ਾਸਨ ਬਣਾ ਕੇ ਰੱਖਣ ਵਾਲੇ ਹੋਣੇ ਚਾਹੀਦੇ ਆ, ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣੇ ਚਾਹੀਦੇ ਆ, ਕਾਨੂੰਨ ਦੀ ਉਲੰਘਣਾ ਨਾ ਕਰਨ, ਇੱਦਾਂ ਦੇ ਨਾਗਰਿਕ ਹੋਣੇ ਚਾਹੀਦੇ ਆ। ਲੋਕਤੰਤਰ ਵਿੱਚ ਲੋਕਾਂ ਦਾ ਰਾਜ ਹੋਣ ਕਰਕੇ ਲੋਕਾਂ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ। ਲੋਕਤੰਤਰ ਦਾ ਰਾਜ ਹੋਣ ਕਰਕੇ ਲੋਕਾਂ ਦਾ ਅਨੁਸ਼ਾਸਿਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਲੜਾਈ ਪੜ੍ਹਾਈ ਨਾ ਕਰਨ, ਇੱਕ ਦੂਜੇ ਦੇ ਹਿੱਤਾਂ ਦੇ ਰਾਖੀ ਕਰਨ, ਇੱਕ ਦੂਜੇ ਦੇ ਅਧਿਕਾਰ ਨਾ ਖੋਣ। ਇਸ ਤਰ੍ਹਾਂ ਨਾਲ ਅਨੁਸ਼ਾਸਿਤ ਲੋਕ ਹੋਣੇ ਚਾਹੀਦੇ ਨੇ, ਤਦ ਹੀ ਉਹ ਸਰਕਾਰ ਦੇ ਗਲਤ ਕੰਮਾਂ ਦਾ ਵਿਰੋਧ ਕਰਕੇ ਠੀਕ ਤਰ੍ਹਾਂ ਕੰਮ ਕਰਨ ਲਈ ਮਜਬੂਰ ਕਰ ਸਕਦੇ ਨੇ। ਠੀਕ ਹੈ, ਜੇਕਰ ਉਹ ਅਨੁਸ਼ਾਸਨਹੀਨ ਹੋਣਗੇ ਤਾਂ ਉਹ ਸਰਕਾਰ ਦੇ ਕੰਮਾਂ ਦਾ ਵਿਰੋਧ ਵੀ ਨਹੀਂ ਕਰ ਸਕਣਗੇ। ਠੀਕ ਹੈ, ਜੇਕਰ ਉਹ ਅਨੁਸ਼ਾਸਿਤ ਹੋਣਗੇ ਤਾਂ ਉਹ ਸਰਕਾਰ ਦੇ ਗਲਤ ਕੰਮਾਂ ਦਾ ਵਿਰੋਧ ਵੀ ਕਰ ਸਕਣਗੇ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਲਈ ਮਜਬੂਰ ਵੀ ਕਰ ਸਕਣਗੇ। ਲੋਕਾਂ ਵਿੱਚ ਦੂਜਿਆਂ ਦੇ ਵਿਚਾਰਾਂ ਪ੍ਰਤੀ ਆਦਰ ਹੋਣਾ ਵੀ ਜ਼ਰੂਰੀ ਹੈ। ਦੂਜਿਆਂ ਦੇ ਵਿਚਾਰ ਜੋ ਨੇ ਉਹਨਾਂ ਨੂੰ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ, ਉਹਨਾਂ ਦਾ ਆਦਰ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ, ਉਹਨਾਂ ਦੇ ਵਿੱਚ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ। ਲੋਕਾਂ ਦੇ ਰਾਜਨੀਤਿਕ ਵਿਚਾਰਾਂ ਦੀ ਭਿੰਨਤਾ ਦੇ ਆਧਾਰ 'ਤੇ ਰਾਜਨੀਤਿਕ ਦਲ ਬਣਦੇ ਹਨ। ਲੋਕਾਂ ਦੇ ਵਿੱਚ ਰਾਜਨੀਤਿਕ ਜੋ ਵਿਚਾਰ ਹੁੰਦੇ ਨੇ ਉਹਨਾਂ ਦੇ ਵਿਚਾਰਾਂ ਦੇ ਵੱਖ-ਵੱਖ ਹੋਣ ਕਰਕੇ ਹੀ ਰਾਜਨੀਤਿਕ ਦਲ ਜੋ ਨੇ ਉਹ ਵੱਖ-ਵੱਖ ਬਣ ਜਾਂਦੇ ਨੇ। ਲੋਕਤੰਤਰੀ ਰਾਜ ਵਿੱਚ ਲੋਕਾਂ ਦੇ ਪ੍ਰਤੀਨਿਧ ਚੁਣਾਵ ਰਾਹੀਂ ਚੁਣੇ ਜਾਂਦੇ ਨੇ। ਲੋਕਤੰਤਰੀ ਰਾਜ ਦੇ ਵਿੱਚ ਜੋ ਕੀ ਹੈ, ਲੋਕ ਜਿਹੜੇ ਹੈ, ਲੋਕਾਂ ਦੇ ਜੋ ਪ੍ਰਤੀਨਿਧੀ ਹੈ ਉਹ ਚੁਣਾਵਾਂ ਰਾਹੀਂ ਹੀ ਚੁਣੇ ਜਾਂਦੇ ਹੈ। ਹੁਣ ਆਪਣੀਆਂ ਪ੍ਰੈਜ਼ੈਂਟ ਟਾਈਮ 'ਚ ਵੋਟਾਂ ਹੋਣ ਜਾ ਰਹੀਆਂ 20 ਫਰਵਰੀ 2022 ਨੂੰ। ਤਾਂ ਇਹਦੇ ਵਿੱਚ ਕੀ ਹੈ ਕਿ ਲੋਕਤੰਤਰੀ ਰਾਜ ਹੈ ਆਪਣਾ ਭਾਰਤ ਅਤੇ ਇਹਦੇ ਵਿੱਚ ਲੋਕਾਂ ਦੇ ਦੁਆਰਾ ਹੀ ਪ੍ਰਤੀਨਿਧਾਂ ਦੀ ਚੋਣ ਹੋਣੀ ਹੈ। ਚੋਣ ਕਰਾਉਣ ਲਈ ਰਾਜਨੀਤਿਕ ਦਲ ਬਹੁਤ ਮਹੱਤਵਪੂਰਨ ਹੁੰਦੇ ਹਨ। ਚੋਣ ਕਰਨ ਅਤੇ ਕਰਵਾਉਣ ਦੇ ਲਈ ਰਾਜਨੀਤਿਕ ਦਲ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਦੱਸ ਕੇ ਲੋਕਮਤ ਬਣਾਉਣ ਵਿੱਚ ਮਦਦ ਕਰਦੇ ਨੇ ਅਤੇ ਰਾਜਨੀਤਿਕ ਦਲ ਜੋ ਹੁੰਦੇ ਨੇ ਉਹ ਸਰਕਾਰ ਦੇ ਕੰਮ ਕਿ ਸਰਕਾਰ ਇਹਨਾਂ ਦੇ ਲਈ ਕੀ ਕਰਨਗੇ, ਮੈਨੀਫੈਸਟੋ ਜੋ ਜਾਰੀ ਕੀਤੇ ਜਾਂਦੇ ਆ ਉਹ ਸਭ ਕੁਝ ਦੱਸ ਕੇ ਲੋਕਮਤ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਇਸ ਲਈ ਰਾਜਨੀਤਿਕ ਦਲਾਂ ਦਾ ਚੇਤਨ ਅਤੇ ਅਨੁਸ਼ਾਸਿਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ
ਕਿ ਉਹ ਦਲ ਜਿਹੜੇ ਹੈ ਲੜਾਈ ਪੜਾਈ ਵਾਲੇ ਨਾ ਹੋਣ, ਲੋਕਾਂ ਤੋਂ ਜ਼ਬਰਦਸਤੀ ਉਹਨਾਂ ਦੇ ਹੱਕ ਨਾ ਖੋਣ। ਇਸ ਤਰ੍ਹਾਂ ਨਾਲ ਚੇਤਨ ਅਤੇ ਅਨੁਸ਼ਾਸਿਤ ਹੋਣ ਵਾਲੇ ਰਾਜਨੀਤਿਕ ਦਲ ਹੋਣੇ ਚਾਹੀਦੇ ਨੇ, ਤਾਂ ਜੋ ਲੋਕਾਂ ਨੂੰ ਰਾਜਨੀਤਿਕ ਬਾਰੇ ਸਹੀ ਢੰਗ ਨਾਲ ਜਾਣੂ ਕਰਾ ਸਕਣ ਅਤੇ ਉਹ ਸਮਾਜ ਨੂੰ ਚੇਤਨ ਰਾਜਨੀਤੀ ਬਾਰੇ ਚੇਤਨਾ ਪ੍ਰਦਾਨ ਕਰਨ ਦੀ ਜੋ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ, ਉਹ ਰਾਜਨੀਤਿਕ ਦਲ ਹੀ ਨਿਭਾਉਂਦੇ ਨੇ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਆਪਣਾ ਚੌਥਾ ਪੁਆਇੰਟ ਹੈ ਸਮਾਜਿਕ ਅਤੇ ਆਰਥਿਕ ਸਮਾਨਤਾ। ਲੋਕਾਂ ਦੇ ਵਿਚਕਾਰ ਸਮਾਜਿਕ ਅਤੇ ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ। ਜੇਕਰ ਭੇਦਭਾਵ ਹੈਗਾ ਸਮਾਜਿਕ ਅਤੇ ਆਰਥਿਕ ਥਾਂ 'ਤੇ, ਤਾਂ ਉਹਨਾਂ ਨੂੰ ਵੋਟਾਂ ਦੇ ਅਧਿਕਾਰ ਦੇ ਵਿੱਚ ਵੀ ਉਹਦੇ ਨਾਲ ਭੇਦਭਾਵ ਕੀਤਾ ਜਾ ਸਕਦਾ ਹੈ, ਤਾਂ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸਮਾਨਤਾ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈਗੀ ਹੈ। ਲੋਕਤੰਤਰੀ ਰਾਜ ਵਿੱਚ ਜੇਕਰ ਸਾਰੇ ਨਾਗਰਿਕ ਸਮਾਜਿਕ ਅਤੇ ਆਰਥਿਕ ਪੱਖੋਂ ਸਮਾਨ ਨਾ ਹੋਣ, ਤਾਂ ਅਜਿਹੇ ਦੇਸ਼ ਸਫਲ ਲੋਕਤੰਤਰ ਨਹੀਂ ਹੋ ਸਕਦੇ, ਕਿਉਂਕਿ ਲੋਕਾਂ ਦੇ ਵਿਚਕਾਰ ਜੋ ਹੈ ਵਿਤਕਰੇ ਸ਼ੁਰੂ ਹੋ ਜਾਂਦੇ ਹੈ, ਜਾਤਾਂ ਪਾਤਾਂ ਨੂੰ ਲੈ ਕੇ ਜਾਂ ਅਮੀਰ ਗਰੀਬ ਨੂੰ ਲੈ ਕੇ। ਤਾਂ ਇਹ ਜੋ ਹੈ ਵਿਤਕਰੇ ਨਾ ਹੋਣ, ਇਸ ਲਈ ਸਮਾਨਤਾ ਪ੍ਰਦਾਨ ਕੀਤੀ ਜਾਂਦੀ ਹੈ ਲੋਕਤੰਤਰੀ ਰਾਜਾਂ ਦੇ ਵਿੱਚ, ਅਤੇ ਲੋਕਤੰਤਰ ਨੂੰ ਇਹ ਸਮਾਨਤਾ ਜੋ ਹੈ ਮਜ਼ਬੂਤ ਬਣਾਉਂਦੀ ਹੈ। ਇਸੇ ਲਈ ਲੋਕਤੰਤਰੀ ਸਮਾਜ ਵਿੱਚ ਲਿੰਗ, ਜਾਤ ਪਾਤ, ਧਰਮ ਅਤੇ ਭਾਸ਼ਾ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਤੇ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ ਜੋ ਆਪਣਾ 15 ਹੈਗਾ, ਆਪਣਾ ਜੋ ਆਰਟੀਕਲ 15 ਦਿੱਤਾ ਹੋਇਆ ਹੈ, ਇਹਦੇ ਵਿੱਚ ਇਹੀ ਗੱਲ ਕਹੀ ਗਈ ਹੈ, ਲਿੰਗ ਜਾਂ ਜਾਤ ਪਾਤ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਏਗਾ। ਆਰਟੀਕਲ 15 ਦੇ ਵਿੱਚ ਕਹੀ ਗਈ ਹੈ। ਯਾਦ ਰੱਖਣਾ ਹੈ, ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿੱਥੇ ਇਹ ਗੱਲ ਕਹੀ ਗਈ ਹੈ ਕਿ ਧਰਮ, ਨਸਲ, ਜਾਤ ਪਾਤ ਜਾਂ ਭਾਸ਼ਾ ਦੇ ਆਧਾਰ 'ਤੇ ਲੋਕਾਂ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਤਾਂ ਇਹ ਆਰਟੀਕਲ 15 ਦੇ ਵਿੱਚ ਕਹੀ ਗਈ ਹੈ, ਇਹਨੂੰ ਧਿਆਨ ਨਾਲ ਯਾਦ ਰੱਖ ਲੈਣਾ। ਅਤੇ ਕੱਲ੍ਹ ਆਪਾਂ ਪੜ੍ਹਿਆ ਸੀਗਾ ਇੱਕ ਹੋਰ ਆਰਟੀਕਲ 14, ਇਹਦੇ ਵਿੱਚ ਕੀ ਕਿਹਾ ਗਿਆ ਹੈ, ਕਾਨੂੰਨ ਦੇ ਸਾਹਮਣੇ ਸਮਾਨਤਾ। ਕਿਹਦੇ ਸਾਹਮਣੇ ਸਮਾਨਤਾ? ਕਾਨੂੰਨ ਦੇ ਸਾਹਮਣੇ ਸਮਾਨਤਾ, ਮਤਲਬ ਭਾਵ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਸਾਰੇ ਲੋਕ ਸਮਾਨ ਨੇ, ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਤਾਂ ਇਹ ਜੋ ਹੈ ਯਾਦ ਰੱਖਣੇ ਆ ਦੋਨੇ ਆਰਟੀਕਲ, ਬਹੁਤ ਜ਼ਿਆਦਾ ਮਹੱਤਵਪੂਰਨ ਨੇ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਸਹਿਣਸ਼ੀਲਤਾ। ਸਹਿਣਸ਼ੀਲਤਾ ਦੇ ਵਿੱਚ ਦਿੱਤਾ ਹੈ ਕਿ ਲੋਕਤੰਤਰੀ ਰਾਜ ਜੋ ਹੈ ਵਿੱਚ ਬਹੁਮਤ ਜਾਂ ਸੱਤਾਧਾਰੀ ਦਲ ਦਾ ਰਾਜ ਹੁੰਦਾ ਹੈ। ਲੋਕਤੰਤਰੀ ਰਾਜ ਵਿੱਚ ਜੋ ਬਹੁਮਤ ਪ੍ਰਾਪਤ ਕਰਦਾ ਹੈ ਇਲੈਕਸ਼ਨਾਂ ਦੇ ਦੌਰਾਨ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਵੋਟਿੰਗ ਮਿਲਦੀ ਹੈ, ਉਹੀ ਦਲ ਆਪਣੀ ਸਰਕਾਰ ਬਣਾਉਂਦਾ ਅਤੇ ਉਹਨਾਂ ਦਾ ਹੀ ਰਾਜ ਹੁੰਦਾ ਹੈ। ਅਤੇ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਿਯੁਕਤ ਕੀਤਾ ਜਾਂਦਾ ਹੈ। ਸੱਤਾਧਾਰੀ ਦਲ ਦਾ ਖੁੱਲ੍ਹਾ ਦਿਲ ਹੋਣਾ ਜ਼ਰੂਰੀ ਹੁੰਦਾ ਹੈ। ਖੁੱਲ੍ਹਾ ਦਿਲ ਹੋਣਾ ਚਾਹੀਦਾ ਹੈ, ਲੋਕਾਂ ਦੇ ਵਿਚਾਰ ਸੁਣਨ ਯੋਗ ਹੋਣੇ ਚਾਹੀਦੇ ਆ। ਐਵੇਂ ਨਹੀਂ ਕਿ ਉਹ ਸੱਤਾ ਦੇ ਵਿੱਚ ਆ ਗਏ ਤਾਂ ਲੋਕਾਂ ਦੇ ਉੱਤੇ ਜ਼ਬਰਦਸਤੀ ਆਪਣੇ ਕਾਨੂੰਨ ਥੋਪਣ ਲੱਗ ਪਏ, ਬਲਕਿ ਲੋਕਾਂ ਦੇ ਵਿਚਾਰ, ਲੋਕਾਂ ਦੇ ਹਿੱਤਾਂ ਦੇ ਅਕੋਰਡਿੰਗ ਹੀ ਕੰਮ ਕਰਨ। ਇਸ ਤਰ੍ਹਾਂ ਦਾ ਖੁੱਲ੍ਹਾ ਦਿਲ ਹੋਣਾ ਚਾਹੀਦਾ ਉਹਨਾਂ ਦਾ। ਵਿਰੋਧੀ ਦਲ ਨੂੰ ਚਾਹੀਦਾ ਹੈ ਕਿ ਸੱਤਾਧਾਰੀ ਦਲ ਦੀਆਂ ਕਮੀਆਂ ਅਤੇ ਮਜਬੂਰੀਆਂ ਨੂੰ ਸਹਿਣਸ਼ੀਲਤਾ ਨਾਲ ਵਿਚਾਰੇ। ਜੋ ਵਿਰੋਧੀ ਦਲ ਹੁੰਦੇ ਹੈ, ਜੋ ਸੱਤਾ ਦੇ ਵਿੱਚ ਨਹੀਂ ਆ ਸਕੇ, ਹਾਰ ਗਏ ਹੈ, ਉਹ ਲੋਕ ਸਭਾ ਦੇ ਵਿੱਚ ਜਾ ਕੇ ਵਿਰੋਧੀ ਦਲ ਦੇ ਆਪਣੇ ਨੇਤਾ ਵੀ ਨਿਯੁਕਤ ਕਰਦੇ ਨੇ। ਅਤੇ ਇਹਨਾਂ ਵਿਰੋਧੀ ਦਲਾਂ ਦਾ ਕੰਮ ਬਣਦਾ ਹੈ ਕਿ ਉਹ ਸਹਿਣਸ਼ੀਲ ਹੋ ਕੇ ਜੋ ਸੱਤਾ ਦੇ ਵਿੱਚ ਆਪਣੇ ਸੱਤਾਧਾਰੀ ਦਲ ਹੈ, ਉਹਦੀਆਂ ਕਮੀਆਂ ਅਤੇ ਮਜਬੂਰੀਆਂ ਜੋ ਹੈ ਉਹਨਾਂ ਨੂੰ ਸਹਿਣਸ਼ੀਲਤਾ ਦੇ ਨਾਲ ਵਿਚਾਰੇ, ਕਿਉਂਕਿ ਸਹਿਣਸ਼ੀਲਤਾ ਲੋਕਤੰਤਰ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਵਿਸ਼ੇਸ਼ਤਾ ਹੈ। ਅਤੇ ਅੱਗੇ ਆਪਾਂ ਪੜ੍ਹਦੇ ਹਾਂ ਲੋਕਤੰਤਰ ਸਰਕਾਰ ਜੋ ਹੈ ਹਰਮਨ ਪਿਆਰੀ ਕਿਉਂ ਹੁੰਦੀ ਹੈ। ਲੋਕਾਂ ਨੂੰ ਇਹ ਲੋਕਤੰਤਰੀ ਸਰਕਾਰ ਕਿਉਂ ਚੰਗੀ ਲੱਗਦੀ ਹੈ, ਇਹ ਲੋਕਾਂ ਦੇ ਵਿੱਚ ਕਿਉਂ ਇੰਨੀ ਜ਼ਿਆਦਾ ਹਰਮਨ ਪਿਆਰੀ ਹੈ, ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਅੱਜ ਦੇ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਲੋਕਤੰਤਰੀ ਕਿਸਮ ਦੀ ਸਰਕਾਰ ਹੀ ਹੈ। ਜ਼ਿਆਦਾਤਰ ਦੇਸ਼ਾਂ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ 3/4 ਸੰਸਾਰ ਦੇ ਜਿੰਨੇ ਵੀ ਦੇਸ਼ ਨੇ, 3/4 ਭਾਗ ਉਹਦਾ ਲੋਕਤੰਤਰੀ ਕਿਸਮ ਦੀ ਸਰਕਾਰ ਨੂੰ ਹੀ ਪ੍ਰੈਫਰ ਕਰਦੇ ਨੇ, ਉਹਨੂੰ ਹੀ ਮਾਨਤਾ ਦਿੰਦੇ ਨੇ। ਆਧੁਨਿਕ ਸਮੇਂ ਵਿੱਚ ਮਨੁੱਖੀ ਅਧਿਕਾਰਾਂ ਦਾ ਬਹੁਤ ਮਹੱਤਵ ਹੈ। ਮਨੁੱਖ ਕੋਲ ਅਧਿਕਾਰ ਹੈ ਤਾਂ ਹੀ ਉਹ ਸਰਵਪੱਖੀ ਵਿਕਾਸ ਕਰ ਸਕਦਾ ਹੈ, ਇਸ ਲਈ ਇਹਨਾਂ ਅਧਿਕਾਰਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਲੋਕਤੰਤਰੀ ਸਰਕਾਰ ਦੇ ਮੁੱਖ ਸਿਧਾਂਤ, ਲੋਕਤੰਤਰੀ ਸਰਕਾਰ ਦੇ ਆਪਾਂ ਮੁੱਖ ਸਿਧਾਂਤ ਪੜ੍ਹੇ ਸੀਗੇ, ਕਿਹੜੇ ਸੀਗੇ? ਕਾਨੂੰਨ ਦਾ ਰਾਜ ਹੁੰਦਾ ਹੈ, ਇਹਦੇ 'ਚ ਮਨੁੱਖੀ ਸੁਤੰਤਰਤਾ ਅਤੇ ਸਮਾਨਤਾ ਹੁੰਦੀ ਹੈ, ਲੋਕਾਂ ਨੂੰ ਸੁਤੰਤਰਤਾ ਮਿਲਦੀ ਹੈ ਘੁੰਮਣ ਫਿਰਨ ਦੀ, ਬੋਲਣ ਦੀ, ਆਪਣੀਆਂ ਨੌਕਰੀਆਂ ਪ੍ਰਾਪਤ ਕਰਨ ਦੀ।
ਤੇ ਸਮਾਨਤਾ ਮਿਲਦੀ ਹੈ ਹਰ ਪੱਖੋਂ, ਔਰਤਾਂ ਨੂੰ, ਮਰਦਾਂ ਨੂੰ ਤੇ ਘੱਟ ਗਿਣਤੀਆਂ ਨੂੰ, ਸਭ ਨੂੰ ਹਰ ਤਰ੍ਹਾਂ ਦੀ ਸਮਾਨਤਾ ਮਿਲਦੀ ਹੈ, ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਪ੍ਰਤੀਨਿਧਾਂ ਦਾ ਲੋਕਾਂ ਪ੍ਰਤੀ ਜ਼ਿੰਮੇਦਾਰ ਹੋਣਾ ਇਹ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ, ਇਹ ਵੀ ਇਹਦਾ ਸਿਧਾਂਤ ਹੈ। ਪ੍ਰਤੀਨਿਧੀ ਜੋ ਹੈ ਲੋਕਾਂ ਪ੍ਰਤੀ ਜ਼ਿੰਮੇਦਾਰ ਹੋਣ। ਜਿਸ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਉੱਥੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹੁੰਦੇ ਨੇ। ਭਾਰਤ ਦੇ ਵਿੱਚ ਆਪਣੇ ਕਾਨੂੰਨ ਦਾ ਰਾਜ ਹੈ, ਕਿਉਂਕਿ ਸੰਵਿਧਾਨ ਦੇ ਅਨੁਸਾਰ ਆਪਾਂ ਚੱਲਦੇ ਹਾਂ, ਉਹ ਇੱਕ ਤਰ੍ਹਾਂ ਦਾ ਕਾਨੂੰਨ ਹੀ ਹੈ, ਸਭ ਤੋਂ ਵੱਡਾ ਹੀ ਕਾਨੂੰਨ ਹੈ। ਤਾਂ ਉਹਦੇ ਅਕੋਰਡਿੰਗ ਜੇਕਰ ਆਪਾਂ ਚੱਲਦੇ ਹਾਂ ਤਾਂ ਇੱਥੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹੋਣੇ ਚਾਹੀਦੇ ਨੇ ਅਤੇ ਕਾਨੂੰਨ ਦੇ ਸਾਹਮਣੇ ਆਪਾਂ ਨੂੰ ਸਮਾਨਤਾ ਮਿਲੀ ਹੋਈ ਹੈ ਅਨੁਛੇਦ 14 ਦੇ ਵਿੱਚ। ਤਾਂ ਵਾਰ-ਵਾਰ ਕਾਨੂੰਨ ਦੀ ਸਮਾਨਤਾ ਦੇ ਬਾਰੇ ਆ ਰਿਹਾ, ਤਾਂ ਹੋ ਸਕਦਾ ਤੁਹਾਡੇ ਪੇਪਰ ਦੇ ਵਿੱਚ ETT ਕੈਟ ਦੇ ਵਿੱਚ ਇਹ ਰਿਪੀਟ ਹੋ ਸਕੇ ਉਹ ਜੇ ਕੁਐਸਚਨ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਿੱਤੀ ਗਈ ਹੈ। ਤਾਂ ਇਹ ਆਪਾਂ ਨੂੰ ਦਿੱਤੀ ਗਈ ਹੈ ਆਰਟੀਕਲ 14 ਦੇ ਵਿੱਚ, ਅਨੁਛੇਦ 14 ਦੇ ਵਿੱਚ। ਇਹ ਯਾਦ ਰੱਖਣਾ, ਅਨੁਛੇਦ 14 ਦੇ ਵਿੱਚ ਆਪਾਂ ਨੂੰ ਮਿਲਿਆ ਹੋਇਆ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ। ਕਾਨੂੰਨ ਲੋਕਾਂ ਦੇ ਪ੍ਰਤੀਨਿਧਾਂ ਨੂੰ ਦੁਆਰਾ ਲੋਕਾਂ ਦੇ ਲਈ ਹੀ ਬਣਾਏ ਜਾਂਦੇ ਹਨ। ਕਾਨੂੰਨ ਕਿਹਦੇ ਦੁਆਰਾ ਬਣਾਏ ਜਾਂਦੇ ਹਨ? ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਲੋਕਾਂ ਦੇ ਲਈ ਹੀ ਬਣਾਏ ਜਾਂਦੇ ਨੇ, ਕਿਉਂਕਿ ਇਹ ਪ੍ਰਤੀਨਿਧੀ ਹੀ ਚੁਣ ਕੇ ਅੱਗੇ MLA ਜਾਂ MP ਬਣਦੇ ਨੇ ਅਤੇ ਸੰਸਦ ਦੇ ਵਿੱਚ ਜਾ ਕੇ ਜਾਂ ਰਾਜ ਵਿਧਾਨ ਸਭਾ ਵਿੱਚ ਜਾ ਕੇ ਇਹ ਕਾਨੂੰਨ ਬਣਾਉਂਦੇ ਨੇ। ਇਸ ਲਈ ਆਧੁਨਿਕ ਯੁੱਗ ਵਿੱਚ ਲੋਕਤੰਤਰ ਨੂੰ ਹਰਮਨ ਪਿਆਰਾ ਬਣਾਉਣ ਲਈ ਤੱਥ ਹੇਠ ਲਿਖੇ ਹਨ। ਆਧੁਨਿਕ ਯੁੱਗ ਨੂੰ ਲੋਕਤੰਤਰ ਨੂੰ ਹਰਮਨ ਪਿਆਰਾ ਬਣਾਉਣ ਦੇ ਲਈ ਇਹ ਹੇਠ ਲਿਖੇ ਤੱਥ ਨੇ। ਕਿਉਂ ਹਰਮਨ ਪਿਆਰੇ ਹੈ? ਇਹ ਤੱਥ ਨੇ, ਇਹਨਾਂ ਕਰਕੇ ਹੀ ਇਹ ਲੋਕਤੰਤਰ ਜੋ ਹੈ ਹਰਮਨ ਪਿਆਰੀ ਬਣਦੀ ਹੈ। ਪਹਿਲਾ ਤੱਥ ਹੈਗਾ ਰਸਮੀ ਸਮਾਨਤਾ। ਰਸਮੀ ਸਮਾਨਤਾ ਅਜਿਹੀ ਸਰਕਾਰ ਵਾਲੇ ਦੇਸ਼ ਵਿੱਚ ਅਮੀਰੀ, ਗਰੀਬੀ, ਧਰਮ, ਜਾਤ ਦੇ ਆਧਾਰ 'ਤੇ ਲੋਕਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਤਾਂ ਜੋ ਇੱਦਾਂ ਦਾ ਲੋਕਤੰਤਰ ਦੀ ਸਰਕਾਰ ਹੁੰਦੀ ਹੈ ਜਿੱਥੇ ਉਸ ਦੇਸ਼ ਦੇ ਵਿੱਚ ਅਮੀਰ, ਗਰੀਬ, ਧਰਮ, ਜਾਤ ਦੇ ਆਧਾਰ 'ਤੇ ਲੋਕਾਂ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਾਨੂੰਨ ਦੀ ਨਜ਼ਰ ਦੇ ਵਿੱਚ ਸਭ ਸਮਾਨ ਹੁੰਦੇ ਨੇ। ਕਾਨੂੰਨ ਦੀ ਨਜ਼ਰ ਦੇ ਵਿੱਚ ਸਮਾਨਤਾ ਇੱਥੇ ਫੇਰ ਆ ਗਈ ਹੈ ਅਨੁਛੇਦ 14। ਅਤੇ ਧਰਮ, ਜਾਤ ਦੇ ਆਧਾਰ 'ਤੇ ਵਿਤਕਰਾ ਨਹੀਂ ਹੋਣਾ ਇੱਥੇ ਅਨੁਛੇਦ 15। ਤਾਂ ਮੈਂ ਤੁਹਾਨੂੰ ਇੱਥੇ ਨੋਟ ਕਰਕੇ ਦੱਸ ਦਿੰਦਾ ਕਿ ਜੋ ਆਪਣਾ ਦਿੱਤਾ ਹੋਇਆ ਅਮੀਰ, ਗਰੀਬ, ਧਰਮ, ਜਾਤ ਦੇ ਆਧਾਰ 'ਤੇ ਵਿਤਕਰਾ ਨਹੀਂ ਹੋਏਗਾ, ਇਹ ਤਾਂ ਦਿੱਤਾ ਹੋਇਆ ਆਪਣੇ ਆਰਟੀਕਲ 15 ਦੇ ਵਿੱਚ। ਅਤੇ ਜੋ ਆਪਣੇ ਕਾਨੂੰਨ ਦੇ ਨਜ਼ਰ ਵਿੱਚ ਸਮਾਨਤਾ ਦਿੱਤੀ ਹੋਈ ਹੈ ਇਹ ਆਰਟੀਕਲ 14 ਦੇ ਵਿੱਚ ਆਪਣੇ ਕੋਲ ਦਿੱਤਾ ਹੋਇਆ। ਤਾਂ ਇਹ ਭੁੱਲਣਾ ਨਹੀਂ ਹੈ, ਕਨਫਿਊਜ਼ ਨਹੀਂ ਹੋਣਾ। ਤਾਂ ਚਲੋ ਅੱਗੇ ਪੜ੍ਹਦੇ ਹਾਂ ਆਪਾਂ। ਇਸੇ ਲਈ ਤਾਨਾਸ਼ਾਹੀ ਸਰਕਾਰ ਨਾਲੋਂ ਲੋਕਤੰਤਰੀ ਸਰਕਾਰ ਵਧੇਰੇ ਹਰਮਨ ਪਿਆਰੀ ਹੁੰਦੀ ਹੈ। ਤਾਨਾਸ਼ਾਹੀ ਸਰਕਾਰ ਦੇ ਵਿੱਚ ਕੀ ਹੁੰਦਾ ਹੈ ਕਿ ਲੋਕਾਂ ਦੇ ਉੱਤੇ ਜ਼ਬਰਦਸਤੀ ਕਾਨੂੰਨ ਜੋ ਹੈ ਥੋਪ ਦਿੱਤੇ ਜਾਂਦੇ ਆ, ਪਰ ਲੋਕਤੰਤਰੀ ਸਰਕਾਰ ਦੇ ਵਿੱਚ ਜ਼ਬਰਦਸਤੀ ਕਾਨੂੰਨਾਂ ਨੂੰ ਥੋਪਿਆ ਨਹੀਂ ਜਾ ਸਕਦਾ। ਲੋਕ ਇਸ ਦਾ ਵਿਰੋਧ ਕਰ ਸਕਦੇ ਆ, ਧਰਨੇ ਪ੍ਰਦਰਸ਼ਨ ਕਰਨ ਦੀ ਇਹਨਾਂ ਨੂੰ ਆਜ਼ਾਦੀ ਹੁੰਦੀ ਹੈ। ਦੂਜਾ ਪੁਆਇੰਟ ਹੈਗਾ ਆਪਣਾ ਸੁਤੰਤਰਤਾ। ਲੋਕਾਂ ਨੂੰ ਸੁਤੰਤਰਤਾ ਦਿੱਤੀ ਜਾਂਦੀ ਹੈ, ਸੁਤੰਤਰਤਾ ਦਾ ਅਧਿਕਾਰ ਮਿਲਿਆ ਹੋਇਆ ਲੋਕਾਂ ਨੂੰ। ਅਤੇ ਲੋਕਤੰਤਰੀ ਰਾਜ ਵਿੱਚ ਲੋਕ ਹਰ ਪੱਖੋਂ ਸੁਤੰਤਰ ਹੁੰਦੇ ਨੇ। ਉਹ ਕੋਈ ਵੀ ਕਿੱਤਾ ਅਪਣਾਉਣ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਅਤੇ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਜਾਣ ਦੇ ਲਈ ਸੁਤੰਤਰ ਹੁੰਦੇ ਨੇ। ਉਹਨਾਂ ਨੂੰ ਘੁੰਮਣ ਫਿਰਨ ਦੀ ਹਰ ਤਰ੍ਹਾਂ ਦੀ ਆਜ਼ਾਦੀ ਪ੍ਰਾਪਤ ਹੁੰਦੀ ਹੈ, ਬੋਲਣ ਦੀ ਆਜ਼ਾਦੀ ਪ੍ਰਾਪਤ ਹੁੰਦੀ ਹੈ। ਅਤੇ ਆਪਣਾ ਕੋਈ ਵੀ ਧੰਦਾ ਉਹ ਜਿਹੜਾ ਹੈ ਉਹ ਕਰ ਸਕਦੇ ਨੇ। ਉਸ ਨੂੰ ਆਪਣਾ ਕੰਮ ਕਿੱਤਾ ਚੁਣਨ ਦੇ ਲਈ ਜੋ ਹੈ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ। ਤਾਂ ਸਮਾਨਤਾ ਅਤੇ ਸੁਤੰਤਰਤਾ ਲੋਕਤੰਤਰ ਦਾ ਹੀ ਹਿੱਸਾ ਹੈ। ਜੇਕਰ ਲੋਕਾਂ ਨੂੰ ਸਮਾਨਤਾ ਦਿੱਤੀ ਗਈ ਹੈ, ਸੁਤੰਤਰਤਾ ਦਿੱਤੀ ਗਈ ਹੈ, ਤਾਂ ਹੀ ਲੋਕਤੰਤਰ ਮਜ਼ਬੂਤ ਹੈ, ਨਹੀਂ ਤਾਂ ਲੋਕਤੰਤਰ ਮਜ਼ਬੂਤ ਨਹੀਂ ਹੋ ਸਕਦਾ। ਤਾਂ ਆਪਣੇ ਵੀ ਸੁਤੰਤਰਤਾ ਦਾ ਅਧਿਕਾਰ ਜਿਹੜਾ ਹੈ ਭਾਰਤ ਦੇ ਵਿੱਚ, ਉਹ ਭਾਰਤ ਦੇ ਸੰਵਿਧਾਨ ਦੇ ਅਨੁਛੇਦ 19 ਤੋਂ ਲੈ ਕੇ ਆਪਣੇ ਅਨੁਛੇਦ 22 ਤੱਕ ਦਿੱਤੇ ਗਏ ਨੇ। 19 ਤੋਂ 22 ਤੱਕ ਸੁਤੰਤਰਤਾ ਦੇ ਅਧਿਕਾਰ ਦੇ ਅਨੁਛੇਦ ਦਿੱਤੇ ਗਏ ਨੇ, ਜਿਹਦੇ 19 ਦੇ ਵਿੱਚ ਆਪਾਂ ਨੂੰ ਬੋਲਣ ਦੀ ਸੁਤੰਤਰਤਾ ਦਿੱਤੀ ਗਈ ਹੈ। ਅਨੁਛੇਦ 19 ਦੇ ਵਿੱਚ ਬੋਲਣ ਦੀ ਸੁਤੰਤਰਤਾ ਦਿੱਤੀ ਹੈ। 19-20 ਦੇ ਵਿੱਚ ਸ਼ਾਂਤੀਪੂਰਨ ਬਿਨਾਂ ਹਥਿਆਰਾਂ ਦੇ ਇਕੱਤਰਿਤ ਹੋ ਕੇ ਸਭਾਵਾਂ ਕਰਨ ਜਾਂ ਧਰਨੇ ਪ੍ਰਦਰਸ਼ਨ ਕਰਨ ਦੀ ਸੁਤੰਤਰਤਾ ਆਪਾਂ ਨੂੰ ਮਿਲੀ ਹੋਈ ਹੈ। ਅਨੁਛੇਦ 19C ਦੇ ਵਿੱਚ ਆਪਾਂ ਨੂੰ ਸੰਘ ਬਣਾਉਣ ਦੀ
ਆਪਾਂ ਜੋ ਸੰਘ ਬਣਾ ਸਕਦੇ ਹਾਂ ਜਾਂ ਸਮੂਹ ਬਣਾਉਂਦੇ ਹਾਂ, ਇਹਨਾਂ ਦੀ ਸੁਤੰਤਰਤਾ ਮਿਲੀ ਹੋਈ ਹੈ। ਅਨੁਛੇਦ 19D ਦੇ ਵਿੱਚ ਆਪਾਂ ਨੂੰ ਦੇਸ਼ ਦੇ ਕਿਸੇ ਵੀ ਭਾਗ ਦੇ ਵਿੱਚ ਜਾਣ ਦੀ ਸੁਤੰਤਰਤਾ ਮਿਲੀ ਹੋਈ ਹੈ। ਅਨੁਛੇਦ 19E ਦੇ ਵਿੱਚ ਦੇਸ਼ ਦੇ ਕਿਸੇ ਵੀ ਖੇਤਰ ਦੇ ਵਿੱਚ ਰਹਿਣ ਦੀ ਆਪਾਂ ਨੂੰ ਅਤੇ ਘਰ ਵਸਾਉਣ ਦੀ ਸੁਤੰਤਰਤਾ ਮਿਲੀ ਹੋਈ ਹੈ। ਹਾਂ, ਜੰਮੂ ਕਸ਼ਮੀਰ ਜਿਹੜਾ ਹੈ ਇਹਦਾ ਅਪਵਾਦ ਸੀਗਾ ਕਿ ਅਨੁਛੇਦ E ਦੇ ਵਿੱਚ, ਜੋ ਮੈਂ ਅਨੁਛੇਦ E ਦੀ 19E ਦੀ ਗੱਲ ਕੀਤੀ ਹੈ, ਅਨੁਛੇਦ 19E ਦੀ, ਇਹਦੇ ਵਿੱਚ ਕੀ ਸੀਗਾ ਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਜੋ ਹੈ ਰਹਿਣ ਦੀ ਆਪਾਂ ਨੂੰ ਆਜ਼ਾਦੀ ਨਹੀਂ ਸੀਗੀ। ਇੱਥੇ ਰਹਿਣ ਦੇ ਲਈ ਆਪਾਂ ਨੂੰ ਜੰਮੂ ਕਸ਼ਮੀਰ ਦੇ ਜੋ ਵਿਧਾਨ ਸਭਾ ਹੈ ਇੱਥੋਂ ਮਨਜ਼ੂਰੀ ਲੈਣੀ ਪੈਂਦੀ ਸੀਗੀ ਪਹਿਲਾਂ। ਇਹ ਧਾਰਾ 370 ਲਾਗੂ ਸੀ ਉਸ ਸਮੇਂ, ਧਾਰਾ 370 ਦੇ ਲਾਗੂ ਸੀ ਉਸ ਸਮੇਂ, ਪਰ ਹੁਣ ਸ਼ਾਇਦ ਆਪਾਂ ਉੱਥੇ ਜਾ ਕੇ ਰਹਿ ਸਕਦੇ ਹਾਂ ਕਿਉਂਕਿ ਇਹ ਧਾਰਾ 370 ਜੋ ਹੈ ਹਟਾ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਦਾ ਜੋ ਅਲੱਗ ਸੰਵਿਧਾਨ ਸੀਗਾ ਛੋਟਾ ਜਿਹਾ, ਉਹ ਸੰਵਿਧਾਨ ਜੋ ਹੈ ਖ਼ਤਮ ਕਰ ਦਿੱਤਾ ਗਿਆ ਹੈ। ਧਾਰਾ 370 ਹਟਾ ਦਿੱਤੀ ਗਈ ਹੈ ਅਤੇ 35A ਨਾਂ ਦਾ ਇੱਕ ਅਨੁਛੇਦ ਵੀ ਇੱਥੇ ਲਾਗੂ ਸੀਗਾ, ਇਹ ਵੀ ਹਟਾ ਦਿੱਤਾ ਗਿਆ। ਤਾਂ ਹੁਣ ਆਪਾਂ ਸ਼ਾਇਦ ਜੰਮੂ ਕਸ਼ਮੀਰ ਦੇ ਵਿੱਚ ਰਹਿ ਸਕਦੇ ਹਾਂ, ਇਹ ਹਜੇ ਕਨਫਰਮ ਨਹੀਂ ਹੈ ਮੈਨੂੰ, ਪਰ ਕਨਫਰਮ ਕਰਕੇ ਜਲਦੀ ਹੀ ਦੱਸ ਦੂੰਗਾ। ਪਰ ਜੋ ਹੈ ਕਿ ਪਹਿਲਾਂ ਜੋ ਸੀਗਾ ਅਨੁਛੇਦ 19E ਦੇ ਅਕੋਰਡਿੰਗ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਰਹਿ ਸਕਦੇ ਸੀ, ਬਾਕੀ ਭਾਰਤ ਦੇ ਦੇਸ਼ ਦੇ ਵਿੱਚ ਕਿਤੇ ਵੀ ਜਾ ਕੇ ਆਪਾਂ ਰਹਿ ਸਕਦੇ ਸੀ, ਘਰ ਵਸਾ ਸਕਦੇ ਸੀ। ਫਿਰ 19G ਦੇ ਵਿੱਚ ਆਪਾਂ ਵਪਾਰਿਕ ਅਤੇ ਜੀਵਿਕਾ ਚਲਾਉਣ ਦੇ ਲਈ ਸੁਤੰਤਰ ਸੀਗੇ, ਵਪਾਰ ਕਰ ਸਕਦੇ ਸੀ, ਆਪਣਾ ਰੁਜ਼ਗਾਰ ਚਲਾ ਸਕਦੇ ਸੀਗੇ। ਇਸੇ ਤਰੀਕੇ ਨਾਲ 20 ਅਨੁਛੇਦ, 21 ਅਨੁਛੇਦ ਅਤੇ 22 ਅਨੁਛੇਦ ਜਿਹੜੇ ਹੈਗੇ ਆ ਆਪਾਂ ਨੂੰ ਸੁਤੰਤਰਤਾ ਪ੍ਰਦਾਨ ਕਰਦੇ ਹੈ। ਜਦੋਂ ਆਪਾਂ ਅਨੁਛੇਦ ਪੜ੍ਹਾਂਗੇ ਉਦੋਂ ਡਿਟੇਲ ਨਾਲ ਪੜ੍ਹਾਂਗੇ ਇਹਨਾਂ ਨੂੰ ਕਿ ਆਪਾਂ ਨੂੰ ਇਹ ਅਨੁਛੇਦ ਜਿਹੜੇ ਆ ਕੀ ਸੁਤੰਤਰਤਾਵਾਂ ਦਿੰਦੇ ਨੇ। ਇੱਥੇ ਆਪਾਂ 19 ਦੇ ਵਿੱਚ ਆਪਾਂ ਨੂੰ ਰਹਿਣ ਫਿਰਨ ਘੁੰਮਣ ਦੀ ਆਜ਼ਾਦੀ ਵਾਲੇ ਆਪਾਂ ਇਹ ਅਨੁਛੇਦ 19 ਦੇ ਵਿੱਚ ਪੜ੍ਹ ਲਏ ਆ। ਅੱਗੇ ਪੜ੍ਹਦੇ ਹਾਂ, ਫੈਸਲਾ ਕਰਨ ਦੀ ਕਾਰਜਵਿਧੀ। ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਰਾਜ ਪ੍ਰਬੰਧ ਚਲਾਉਣ ਲਈ ਫੈਸਲੇ ਲੈਣ ਦਾ ਇੱਕ ਖਾਸ ਢੰਗ ਹੁੰਦਾ ਹੈ। ਤਾਂ ਲੋਕਤੰਤਰੀ ਸਰਕਾਰ ਦੇ ਵਿੱਚ ਦੇਸ਼ ਦਾ ਜੋ ਰਾਜ ਪ੍ਰਬੰਧ ਚਲਾਉਣ ਦਾ ਜੋ ਫੈਸਲੇ ਲੈਣ ਦਾ ਇੱਕ ਖਾਸ ਢੰਗ ਹੁੰਦਾ ਹੈ। ਸ਼ਾਸਨ ਸੱਤਾ ਲੋਕਾਂ ਦੇ ਹੱਥ ਵਿੱਚ ਹੈ। ਜੋ ਸ਼ਾਸਨ ਕਰਨ ਦੀ ਸੱਤਾ ਹੈ ਉਹ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਲੋਕ ਆਪਣੇ ਪ੍ਰਤੀਨਿਧੀ ਚੁਣ ਕੇ ਕਾਨੂੰਨ ਬਣਾਉਣ ਲਈ ਵਿਧਾਨ ਪਾਲਿਕਾ, ਰਾਜ ਪੱਧਰ ਦੇ ਉੱਤੇ ਵਿਧਾਨ ਪਾਲਿਕਾ ਹੁੰਦੀ ਹੈ ਅਤੇ ਕੇਂਦਰ ਪੱਧਰ 'ਤੇ ਆਪਣੀ ਸੰਸਦ ਹੁੰਦੀ ਹੈ, ਵਿੱਚ ਭੇਜਦੇ ਨੇ ਆਪਣੇ ਪ੍ਰਤੀਨਿਧੀ ਚੁਣ ਕੇ। ਕਿੱਥੇ ਭੇਜਦੇ ਨੇ? ਜੇਕਰ ਵਿਧਾਨ ਸਭਾ ਦੇ MLA ਦੇ ਇਲੈਕਸ਼ਨ ਹੁੰਦੇ ਆ ਤਾਂ ਉਹ ਰਾਜ ਪੱਧਰ ਦੇ ਲਈ ਹੁੰਦੇ ਆ। ਜਿਵੇਂ ਹੁਣ ਆਪਣੇ ਪੰਜਾਬ ਦੇ 20 ਫਰਵਰੀ 2022 ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਤਾਂ ਉਹ ਆਪਣੇ ਇਸੇ ਦੇ ਹੀ ਹੋਣਗੇ। ਤਾਂ ਆਪਾਂ ਜੋ ਆਪਣੇ ਪ੍ਰਤੀਨਿਧੀ ਚੁਣ ਕੇ ਵਿਧਾਨ ਪਾਲਿਕਾ ਦੇ ਵਿੱਚ ਰਾਜ ਪੱਧਰ ਦੇ ਉੱਤੇ ਮੈਂਬਰ ਜੋ ਹੈ ਆਪਣੇ ਚੁਣ ਕੇ ਪ੍ਰਤੀਨਿਧੀ ਭੇਜਦੇ ਹਾਂ, ਅਤੇ ਸੰਸਦ ਦੇ ਵਿੱਚ ਜੇਕਰ ਭੇਜਦੇ ਹਾਂ ਤਾਂ ਉਹ ਕੇਂਦਰੀ ਪੱਧਰ 'ਤੇ ਆਪਾਂ MPs ਭੇਜਦੇ ਹਾਂ ਚੁਣ ਕੇ, ਜਿਹੜੇ ਦੇਸ਼ ਦਾ ਸ਼ਾਸਨ ਚਲਾਉਣ ਲਈ ਕਾਨੂੰਨ ਬਣਾਉਂਦੇ ਨੇ। ਇਹ ਅੱਗੇ ਜਾ ਕੇ ਫਿਰ ਮੰਤਰੀ ਬਣਨ ਤੋਂ ਬਾਅਦ ਆਪਣੇ ਕਾਨੂੰਨ ਬਣਾਉਂਦੇ ਨੇ ਅਤੇ ਕਾਨੂੰਨਾਂ ਨੂੰ ਲਾਗੂ ਕਰਵਾਉਂਦੇ ਨੇ। ਸੰਸਦ ਅਤੇ ਰਾਜ ਵਿਧਾਨ ਪਾਲਿਕਾ ਵਿੱਚ ਬਹੁਮਤ ਪ੍ਰਾਪਤ ਦਲ ਦੀ ਸਰਕਾਰ ਬਣਾਈ ਜਾਂਦੀ ਹੈ। ਸੰਸਦ ਅਤੇ ਰਾਜ ਵਿਧਾਨ ਪਾਲਿਕਾ ਦੇ ਵਿੱਚ ਕੌਣ ਸਰਕਾਰ ਬਣਾਉਂਦਾ ਹੈ? ਜਿਨ੍ਹਾਂ ਨੂੰ ਇਲੈਕਸ਼ਨ ਟਾਈਮ ਬਹੁਤ ਜ਼ਿਆਦਾ ਵੋਟ ਮਿਲਦੇ ਆ, ਸਭ ਤੋਂ ਜ਼ਿਆਦਾ ਵੋਟ ਮਿਲਦੇ ਆ, ਉਹੀ ਦਲ, ਜਿਹੜੇ ਦਲ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਦੇ ਆ, ਉਹੀ ਦਲ ਆਪਣੀ ਸਰਕਾਰ ਬਣਾਉਂਦਾ, ਜੋ ਕਿ ਲੋਕਾਂ ਦੀ ਇੱਛਾ ਅਨੁਸਾਰ ਦੇਸ਼ ਦਾ ਸ਼ਾਸਨ ਚਲਾਉਂਦੀ ਹੈ। ਅਤੇ ਲੋਕਾਂ ਦੀ ਇੱਛਾ ਜੋ ਹੁੰਦੀ ਹੈ, ਲੋਕਾਂ ਦੇ ਜੋ ਹਿੱਤ ਹੁੰਦੀ ਹੈ, ਉਹਨਾਂ ਦੇ ਅਨੁਸਾਰ ਹੀ ਸਰਕਾਰ ਚਲਾਉਂਦੀ ਹੈ। ਪਰ ਕਿਤੇ ਨਾ ਕਿਤੇ ਸਰਕਾਰ ਜੋ ਹੈ, ਅੱਜ ਕੱਲ੍ਹ ਦੀ ਸਰਕਾਰ ਵੇਖੀਏ ਤਾਂ ਇਹ ਪੁਆਇੰਟ ਜੋ ਹੈ ਠੀਕ ਨਹੀਂ ਹੈ, ਜਿਵੇਂ ਆਪਾਂ ਕੁਝ ਤੱਥਾਂ ਦੇ ਵਿੱਚ ਵੇਖਦੇ ਹਾਂ। ਪਰ ਆਪਾਂ ਇਸ ਬਾਰੇ ਗੱਲ ਨਹੀਂ ਕਰਨੀ ਜ਼ਿਆਦਾ, ਅਤੇ ਮੰਨ ਲੈਂਦੇ ਹਾਂ ਕਿ ਲੋਕਾਂ ਦੀ ਇੱਛਾ ਦੇ ਅਨੁਸਾਰ ਹੀ ਅੱਜ ਸਰਕਾਰ ਚਲਾਈ ਜਾ ਰਹੀ ਹੈ ਅਤੇ ਸ਼ਾਸਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸਰਕਾਰ ਲੋਕਾਂ ਦੀ ਇੱਛਾ ਦੇ ਅਨੁਸਾਰ ਕੰਮ ਨਾ ਕਰੇ ਤਾਂ ਅਗਲੀਆਂ ਚੋਣਾਂ ਵਿੱਚ ਬਦਲੀ ਜਾ ਸਕਦੀ ਹੈ। ਜੇਕਰ ਕੋਈ ਸਰਕਾਰ ਜੋ ਹੈ ਲੋਕਾਂ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਅਗਲੀਆਂ 5 ਸਾਲਾਂ ਦੇ ਬਾਅਦ ਜੋ ਚੋਣਾਂ ਹੋਣਗੀਆਂ ਉਹਦੇ ਵਿੱਚ ਉਸ ਨੂੰ ਬਦਲੀ ਜਾ ਸਕਦੀ ਹੈ। ਕਿਸੇ ਹੋਰ ਦਲ ਨੂੰ ਵੋਟਾਂ ਦੇ ਕੇ ਉਹਦੀ ਸਰਕਾਰ ਬਣਾ ਕੇ ਆਪਾਂ ਇਹ ਗਲਤੀ ਸੁਧਾਰ ਸਕਦੇ ਹਾਂ ਅਤੇ ਆਪਣੀ ਇੱਛਾ ਦੇ ਅਨੁਸਾਰ ਕੰਮ ਕਰਵਾ ਸਕਦੇ ਹਾਂ, ਆਪਣੇ ਹਿੱਤਾਂ ਦੀ ਰਾਖੀ ਕਰ ਸਕਦੇ ਹਾਂ। ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਹੁੰਦੀ ਹੈ ਇਹਦੇ 'ਚ। ਲੋਕਤੰਤਰ ਵਿੱਚ ਸਾਰੇ ਬਾਲਗ ਵੋਟਰ ਦੇਸ਼ ਦੀ ਕਿਸੇ ਵੀ ਕਾਨੂੰਨ ਬਣਾਉਣ ਵਾਲੀ ਸੰਸਥਾ ਦੇ ਲਈ ਚੋਣ ਲੜ ਸਕਦੇ ਨੇ। ਜੋ ਬਾਲਗ ਵੋਟਰ ਨੇ 18 ਸਾਲ ਤੋਂ ਉੱਪਰ ਦੀ ਏਜ ਦੇ, ਉਹ ਕਿਸੇ ਵੀ ਕਾਨੂੰਨ ਬਣਾਉਣ ਵਾਲੀ ਸੰਸਥਾ ਜੋ ਹੈ ਉਹਦੇ ਲਈ ਚੋਣ ਲੜ ਸਕਦੇ ਨੇ ਅਤੇ ਚੋਣ ਸਮੇਂ ਆਪਣਾ ਵੋਟ ਮਰਜ਼ੀ ਨਾਲ ਪਾ ਸਕਦੇ ਨੇ।
ਕਿਸੇ ਨੂੰ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਕਿ ਕਿਸੇ ਇੱਕ ਪਾਰਟੀਕੂਲਰ ਦਲ ਨੂੰ ਵੋਟ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਵੋਟਰ ਨੂੰ, ਤੇ ਆਪਣੀ ਮਰਜ਼ੀ ਨਾਲ ਜੋ ਵੋਟਰ ਹੈ ਆਪਣੀ ਵੋਟ ਪਾ ਸਕਦਾ ਹੈ। ਦੇਸ਼ ਦੇ ਸ਼ਾਸਨ ਵਿੱਚ ਸਾਰੇ ਬਰਾਬਰ ਅਤੇ ਹੱਕਦਾਰ ਹਨ, ਸਾਰੇ ਬਰਾਬਰ ਦੇ ਹੱਕਦਾਰ ਨੇ। ਦੇਸ਼ ਦੇ ਸ਼ਾਸਨ ਦੇ ਵਿੱਚ ਸਾਰੇ ਲੋਕ ਜੋ ਹੈ ਬਰਾਬਰੀ ਦੇ ਹੱਕਦਾਰ ਨੇ, ਸਮਾਨਤਾ ਦੇ ਹੱਕਦਾਰ ਨੇ, ਜਦਕਿ ਤਾਨਾਸ਼ਾਹੀ ਰਾਜਾਂ ਵਿੱਚ ਅਜਿਹਾ ਨਹੀਂ ਹੁੰਦਾ। ਇਸ ਲਈ ਆਧੁਨਿਕ ਸਮੇਂ ਵਿੱਚ ਲੋਕਤੰਤਰੀ ਸਰਕਾਰ ਵਧੇਰੇ ਹਰਮਨ ਪਿਆਰੀ ਹੁੰਦੀ ਹੈ। ਮਤਭੇਦ ਦੂਰ ਕਰਨਾ। ਲੋਕਤੰਤਰੀ ਦੇਸ਼ ਵਿੱਚ ਕਿਸੇ ਵੀ ਤੇ ਕੋਈ ਵੀ ਆਪਣੀ ਸੋਚ ਜਾਂ ਵਿਚਾਰ ਨੂੰ ਠੋਸਿਆ ਨਹੀਂ ਜਾਂਦਾ। ਲੋਕਤੰਤਰੀ ਦੇਸ਼ ਦੇ ਵਿੱਚ ਕੀ ਹੈ ਕਿ ਆਪਣੀ ਸੋਚ ਜਾਂ ਵਿਚਾਰ ਨੂੰ ਕਿਸੇ ਦੇ ਉੱਤੇ ਥੋਪਿਆ ਨਹੀਂ ਜਾ ਸਕਦਾ ਜ਼ਬਰਦਸਤੀ। ਜੇਕਰ ਇਨਸਾਨ ਦੇ ਵਿਚਾਰਾਂ ਦਾ ਆਦਰ ਕੀਤਾ ਜਾਂਦਾ ਹੈ, ਲੋਕਤੰਤਰੀ ਦੇਸ਼ ਦੇ ਵਿੱਚ ਕੀ ਹੁੰਦਾ ਕਿ ਹਰੇਕ ਨਾਗਰਿਕ, ਹਰੇਕ ਇਨਸਾਨ ਦੇ ਵਿਚਾਰਾਂ ਦਾ ਆਦਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਸੱਤਾਧਾਰੀ ਦਲ ਵਿਰੋਧੀ ਦਲ ਦੇ ਸੁਝਾਵਾਂ ਅਥਵਾ ਸਰਕਾਰ ਦੇ ਕੰਮਾਂ ਨੂੰ ਵੀ ਉਦਾਰਤਾ ਦੇ ਨਾਲ ਸਵੀਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਲੋਕਤੰਤਰ ਦੇ ਵਿੱਚ ਵਿਚਾਰਕ ਮਤਭੇਦਾਂ ਨੂੰ ਉਦਾਰਤਾ ਦੇ ਸਹਿਤ ਸਤਿਕਾਰਿਆ ਜਾਂਦਾ ਹੈ। ਅਗਲਾ ਆਪਣਾ ਟੌਪਿਕ ਹੈਗਾ ਮਨੁੱਖੀ ਸ਼ਾਨ ਵਿੱਚ ਵਾਧਾ ਕਰਨਾ। ਮਨੁੱਖੀ ਸ਼ਾਨ ਵਿੱਚ ਵਾਧਾ ਕਿਵੇਂ ਹੋਏਗਾ? ਜਦੋਂ ਉਹਨੂੰ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ਦੇ ਨਾਲ ਵੇਖਿਆ ਜਾਏਗਾ। ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਲੋਕਤੰਤਰ ਸਰਕਾਰ ਦੇ ਮੁੱਖ ਬੁਨਿਆਦੀ ਸਿਧਾਂਤ ਨੇ, ਜਿਨ੍ਹਾਂ ਦੇ ਆਧਾਰ 'ਤੇ ਫਰਾਂਸ ਵਿੱਚ ਲੋਕਤੰਤਰ ਦਾ ਮੁੱਢ ਬੱਝਿਆ ਸੀਗਾ। ਫਰਾਂਸ ਦੇ ਵਿੱਚ ਲੋਕਤੰਤਰ ਦਾ ਮੁੱਢ ਕਿਵੇਂ ਬੱਝਿਆ ਸੀਗਾ? ਇਹਨਾਂ ਸੁਤੰਤਰਤਾਵਾਂ ਦੇ ਕਾਰਨ, ਇਹਨਾਂ ਬੁਨਿਆਦੀ ਸਿਧਾਂਤਾਂ ਦੇ ਕਾਰਨ। ਲੋਕਤੰਤਰ ਕੇਵਲ ਰਾਜਨੀਤਿਕ ਸੁਤੰਤਰਤਾ ਅਤੇ ਸਮਾਨਤਾ ਹੀ ਨਹੀਂ ਹੁੰਦੀ, ਸਗੋਂ ਆਰਥਿਕ ਸਮਾਨਤਾ ਸਥਾਪਿਤ ਕਰਨ ਲਈ ਵੀ ਸਰਕਾਰ ਦੇ ਸਾਰੇ ਦੇਸ਼ ਵਾਸੀ ਨੂੰ ਰੋਜ਼ੀ ਕਮਾਉਣ ਦੇ ਸਮਾਨ ਅਵਸਰ ਦਿੰਦੀ ਹੈ। ਲੋਕਾਂ ਨੂੰ ਆਰਥਿਕ ਆਧਾਰ 'ਤੇ ਆਪਣੀ ਰੋਜ਼ੀ ਕਮਾਉਣ ਦੇ ਸਮਾਨ ਅਵਸਰ ਪ੍ਰਦਾਨ ਕਰਦੀ ਹੈ ਸਰਕਾਰ। ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਲਈ ਨੌਕਰੀਆਂ ਵਿੱਚ ਕੁਝ ਪ੍ਰਤੀਸ਼ਤ ਰਾਖਵਾਂਕਰਨ ਕੀਤਾ ਜਾਂਦਾ। ਹੁਣ ਜਿਵੇਂ ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਵੀ ਨੌਕਰੀਆਂ ਨਿਕਲਦੀਆਂ ਉਹਦੇ ਵਿੱਚ SC ST ਨੂੰ ਕੋਟਾ ਦਿੱਤਾ ਜਾਂਦਾ, OBC ਦੀਆਂ ਸੀਟਾਂ ਨਿਰਧਾਰਿਤ ਹੁੰਦੀਆਂ। ਫਿਰ ਔਰਤਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਲਿਆਉਣ ਦੇ ਲਈ ਉਹਨਾਂ ਨੂੰ ਵੀ ਕੁਛ ਨਾ ਕੁਛ ਰਾਖਵਾਂਕਰਨ ਕੀਤਾ ਜਾਂਦਾ। ਤਾਂ ਇਸ ਤਰੀਕੇ ਦੇ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਜੇ ਲੋਕ ਨੇ ਉਹਨਾਂ ਨੂੰ ਰਾਖਵਾਂਕਰਨ ਦਿੱਤਾ ਜਾਂਦਾ, ਰਿਜ਼ਰਵੇਸ਼ਨ ਉਹਨਾਂ ਨੂੰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਲੋਕਤੰਤਰੀ ਦੇਸ਼ ਵਿੱਚ ਮਨੁੱਖੀ ਸ਼ਾਨ ਅਤੇ ਗੌਰਵ ਵਿੱਚ ਵਾਧਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਉਪਰੋਕਤ ਸਾਰੇ ਤੱਥਾਂ ਦੇ ਆਧਾਰ 'ਤੇ ਸ਼ਾਸਨ ਦੀਆਂ ਬਾਕੀ ਪ੍ਰਣਾਲੀਆਂ ਨਾਲੋਂ ਲੋਕਤੰਤਰ ਪ੍ਰਣਾਲੀ ਜੋ ਹੈ ਸਭ ਤੋਂ ਵੱਧ ਹਰਮਨ ਪਿਆਰੀ ਹੈ। ਇਹ ਜੋ ਤੱਥ ਆਪਾਂ ਪੜ੍ਹ ਲਿਆ, ਇਹਨਾਂ ਨੂੰ ਵੇਖਦੇ ਹੋਏ ਲੋਕਤੰਤਰ ਜੋ ਹੈ ਸਭ ਤੋਂ ਵੱਧ ਹਰਮਨ ਪਿਆਰੀ ਪ੍ਰਣਾਲੀ ਹੈ ਕਿਸੇ ਵੀ ਦੇਸ਼ ਦਾ ਸ਼ਾਸਨ ਚਲਾਉਣ ਦੇ ਲਈ। ਇਹਦੇ ਵਿੱਚ ਲੋਕ ਜੋ ਹੈ ਆਪਣੀ ਮਰਜ਼ੀ ਅਨੁਸਾਰ ਆਪਣੇ ਪ੍ਰਤੀਨਿਧੀ ਚੁਣਦੇ ਨੇ, ਵੋਟ ਪਾਉਂਦੇ ਨੇ। ਬਾਲਗ ਵੋਟਰ ਜੋ ਨੇ ਉਹ ਆਪਣੀ ਵੋਟ ਪਾਉਂਦੇ ਨੇ, ਪ੍ਰਤੀਨਿਧੀ ਚੁਣਦੇ ਨੇ ਅਤੇ ਅੱਗੇ ਦੇਸ਼ ਦਾ ਸ਼ਾਸਨ ਉਹਨਾਂ ਵੱਲੋਂ ਚਲਵਾਉਂਦੇ ਨੇ। ਤਾਂ ਕੁਝ ਯਾਦ ਰੱਖਣਯੋਗ ਨੁਕਤੇ ਦਿੱਤੇ ਹੋਏ ਨੇ, ਇੱਥੇ ਗੱਲਾਂ ਦਿੱਤੀਆਂ ਹੋਈਆਂ ਨੇ, ਪੜ੍ਹ ਲੈਂਦੇ ਹਾਂ ਇਹਨਾਂ ਨੂੰ ਵੀ। ਪੁਆਇੰਟ ਨੰਬਰ 1 ਹੈ ਆਪਣਾ ਚੈਪਟਰ ਵੈਸੇ ਕੰਪਲੀਟ ਹੋ ਚੁੱਕਿਆ। ਇੱਥੇ ਕੁਝ ਯਾਦ ਰੱਖਣਯੋਗ ਗੱਲਾਂ ਨੇ, ਇੰਪੋਰਟੈਂਟ ਲਾਈਨਾਂ ਕੱਢ ਕੇ ਦਿੱਤੀਆਂ ਹੋਈਆਂ ਨੇ, ਉਹ ਪੜ੍ਹ ਲੈਂਦੇ ਹਾਂ। ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਲੋਕਤੰਤਰ ਜੋ ਹੈ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ, ਕਿਉਂਕਿ ਲੋਕ ਹੀ ਆਪਣੇ ਪ੍ਰਤੀਨਿਧੀ ਚੁਣਦੇ ਨੇ ਅਤੇ ਉਹਨਾਂ ਦੁਆਰਾ ਹੀ ਸ਼ਾਸਨ ਕਰਦੇ ਨੇ, ਅਤੇ ਸ਼ਾਸਨ ਕਰਨ ਵਾਲੇ ਵੀ ਲੋਕ ਹੀ ਹੁੰਦੇ ਨੇ। ਇਬਰਾਹਿਮ ਲਿੰਕਨ ਦੇ ਸ਼ਬਦਾਂ ਦੇ ਵਿੱਚ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਸ ਦੇ ਵਿੱਚ ਹੋਇਆ ਸੀਗਾ। ਲੋਕਤੰਤਰੀ ਦੇ ਸੰਸਦੀ ਨਮੂਨੇ ਵਾਲੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਨਾਮ ਮਾਤਰ ਦਾ ਮੁਖੀ ਹੁੰਦਾ, ਇੱਕ ਅਸਲੀ ਕਾਰਜਸਾਧਕ ਮੁਖੀ ਹੁੰਦਾ। ਸਾਡੇ ਦੇਸ਼ ਦੇ ਕੇਂਦਰੀ ਸਰਕਾਰ ਦਾ ਨਾਮ ਮਾਤਰ ਮੁਖੀ ਰਾਸ਼ਟਰਪਤੀ ਹੁੰਦਾ। ਆਪਣੇ ਭਾਰਤ ਦਾ ਜੋ ਨਾਮ ਮਾਤਰ ਮੁਖੀ ਹੈ ਉਹ ਹੈ ਰਾਸ਼ਟਰਪਤੀ, ਅਤੇ ਰਾਜ ਸਰਕਾਰ ਦਾ ਨਾਮ ਮਾਤਰ ਦਾ ਮੁਖੀ ਹੁੰਦਾ ਹੈ ਰਾਜਪਾਲ। ਰਾਜ ਪੱਧਰ 'ਤੇ ਵੇਖੀਏ ਤਾਂ ਨਾਮ ਮਾਤਰ ਦਾ ਮੁਖੀ ਹੁੰਦਾ ਰਾਜਪਾਲ। ਜਦੋਂ ਆਪਾਂ ਕੇਂਦਰ ਸਰਕਾਰ ਦੇ ਵਿੱਚ ਵੇਖਦੇ ਹਾਂ ਤਾਂ ਅਸਲੀ ਮੁਖੀ ਜੋ ਹੈ, ਅਸਲੀ ਕਾਰਜਸਾਧਕ ਮੁਖੀ ਜੋ ਹੁੰਦਾ ਹੈ ਪ੍ਰਧਾਨ ਮੰਤਰੀ ਹੁੰਦਾ ਹੈ, ਅਤੇ ਰਾਜ ਸਰਕਾਰ ਦੇ ਪੱਧਰ 'ਤੇ ਦੇਖੀਏ ਤਾਂ ਅਸਲੀ ਕਾਰਜਸਾਧਕ ਮੁਖੀ ਹੁੰਦਾ ਮੁੱਖ ਮੰਤਰੀ। ਸਰਵ ਵਿਆਪਕ ਬਾਲਗ ਮਤਾਧਿਕਾਰ ਉਹ ਅਧਿਕਾਰ ਹੈ ਜਿਸ ਵਿੱਚ ਵੋਟ ਪਾਉਣ ਦਾ ਅਧਿਕਾਰ ਬਿਨਾਂ ਕਿਸੇ ਵਿਤਕਰੇ ਦੇ ਸਾਰੇ ਬਾਲਗਾਂ ਨੂੰ ਮਿਲਦਾ ਹੈ। ਇਹ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਜੋ ਹੈ 21 ਸਾਲ ਤੋਂ ਉੱਪਰ ਦੇ ਉਮਰ ਦੇ ਲੋਕਾਂ ਨੂੰ ਪ੍ਰਾਪਤ ਸੀਗਾ, ਜੋ ਕਿ 1961 ਦਾ ਸੰਵਿਧਾਨਿਕ ਸੰਸ਼ੋਧਨ ਕਰਨ ਤੋਂ ਬਾਅਦ 18 ਸਾਲ ਏਜ ਕਰ ਦਿੱਤੀ ਗਈ ਹੈ। ਹੁਣ 18 ਸਾਲ ਤੋਂ ਉੱਪਰ ਵਾਲੇ ਦਾ, 18 ਸਾਲ ਜਿਹਦੀ ਏਜ ਹੁੰਦੀ ਹੈ ਉਹਦਾ ਵੋਟਰ ਕਾਰਡ ਬਣ ਜਾਂਦਾ ਅਤੇ ਉਹ
ਵੋਟ ਪਾ ਸਕਦਾ ਹੈ। 18 ਸਾਲ ਤੋਂ ਉੱਪਰ ਦੇ ਸਾਰੇ ਲੋਕ ਵੋਟ ਪਾ ਸਕਦੇ ਨੇ ਅਤੇ ਇਹ ਸਮਾਨਤਾ ਦੇ ਸਿਧਾਂਤ ਅਨੁਸਾਰ ਜ਼ਰੂਰੀ ਹੈ ਅਤੇ ਇਹ ਸਮਾਨਤਾ ਦੇ ਸਿਧਾਂਤ ਦੇ ਅਨੁਸਾਰ ਜ਼ਰੂਰੀ ਨੇ। ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਭਾਵ ਉੱਥੋਂ ਦੇ ਲੋਕ ਇੱਕ ਥਾਂ 'ਤੇ ਇਕੱਠੇ ਹੋ ਜਾਂਦੇ ਨੇ ਅਤੇ ਉਹ ਆਪਣੇ ਫੈਸਲੇ ਲੈਂਦੇ ਨੇ ਅਤੇ ਉਹਨਾਂ ਨੂੰ ਹੀ ਕਾਨੂੰਨ ਦੇ ਤੌਰ 'ਤੇ ਬਣਾ ਲੈਂਦੇ ਨੇ, ਕਿਉਂਕਿ ਇਹ ਛੋਟਾ ਦੇਸ਼ ਹੈ। ਤਾਂ ਇਸ ਤਰ੍ਹਾਂ ਇਹ ਆਪਣਾ ਚੈਪਟਰ ਕੰਪਲੀਟ ਹੋ ਚੁੱਕਿਆ। ਅਭਿਆਸ ਦੇ ਪ੍ਰਸ਼ਨ ਨੇ ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ, ਲੋਕਾਂ ਵੱਲੋਂ ਇਹ ਆਪਣੀ ਭਾਸ਼ਾ ਦੇ ਕੇ ਆਪਾਂ ਇਸ ਦੀ ਵਿਆਖਿਆ ਕਰ ਸਕਦੇ ਹਾਂ ਕਿ ਲੋਕ ਜਿਹੜੇ ਆ ਆਪਣੀ ਪ੍ਰਤੀਨਿਧੀ ਖੁਦ ਚੁਣ ਸਕਦੇ ਨੇ। ਵੋਟ ਦੇਣ ਦਾ ਅਧਿਕਾਰ ਹੁੰਦਾ, ਆਪਣੇ ਪ੍ਰਤੀਨਿਧੀ ਚੁਣ ਸਕਦੇ ਨੇ। ਜੋ ਇਹ ਪ੍ਰਤੀਨਿਧੀ ਚੁਣੇ ਹੋਏ ਆ ਉਹ ਅੱਗੇ ਜਾ ਕੇ ਦੇਸ਼ ਦਾ ਪ੍ਰਸ਼ਾਸਨ ਚਲਾਉਂਦੇ ਨੇ ਅਤੇ ਕਾਨੂੰਨ ਬਣਾਉਂਦੇ ਨੇ ਅਤੇ ਕਾਨੂੰਨਾਂ ਨੂੰ ਲਾਗੂ ਕਰਦੇ ਨੇ। ਕਾਨੂੰਨ ਦੇ ਰਾਜ ਤੋਂ ਕੀ ਭਾਵ ਹੈ, ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ। ਇਹ ਆਪਾਂ ਪੜ੍ਹ ਲਿਆ ਸੀਗਾ ਕਿ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਹੋਣਗੇ, ਕਾਨੂੰਨ ਦੀ ਸਭ ਲੋਕ ਪਾਲਣਾ ਕਰਨਗੇ। ਜੇਕਰ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਇਹਦੇ ਲਈ ਸਜ਼ਾ ਦਾ ਵਿਧਾਨ ਹੁੰਦਾ ਹੈ। ਇੰਡੀਅਨ ਪੈਨਲ ਕੋਡ ਇਹਦੇ ਵਿੱਚ ਆਪਣੇ ਭਾਰਤ ਦੇ ਵਿੱਚ ਬਣਾਇਆ ਗਿਆ ਹੈ। ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਇੰਡੀਅਨ ਪੈਨਲ ਕੋਡ ਦੇ ਅਕੋਰਡਿੰਗ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਸਜ਼ਾ ਦਾ ਪ੍ਰਾਵਧਾਨ ਕੀਤਾ ਜਾਂਦਾ ਹੈ। ਵੋਟ ਦੇ ਅਧਿਕਾਰ ਦਾ ਲੋਕਤੰਤਰ ਦੇ ਵਿੱਚ ਕੀ ਮਹੱਤਵ ਹੈ। ਲੋਕ ਜਿਹੜੇ ਆ ਵੋਟ ਦਾ ਅਧਿਕਾਰ ਦਾ ਪ੍ਰਯੋਗ ਕਰਦੇ ਆ ਤਾਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਪਾਰਟੀ ਦੇ ਜੋ ਲੋਕ ਨੇ ਚੋਣ ਲੜਨ ਵਾਲੇ ਉਹਨਾਂ ਨੂੰ ਵੋਟ ਦੇ ਕੇ ਆਪਣੇ ਪ੍ਰਤੀਨਿਧ ਆਪਣੀ ਮਰਜ਼ੀ ਦੇ ਨਾਲ ਚੁਣ ਸਕਦੇ ਨੇ, ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਨੇ ਅਤੇ ਆਪਣੇ ਹਿੱਤਾਂ ਦੀ ਰਾਖੀ ਕਰ ਸਕਦੇ ਨੇ ਅਤੇ ਆਪਣੇ ਹਿੱਤਾਂ ਦੇ ਅਨੁਸਾਰ ਹੀ ਕੰਮ ਕਰਵਾ ਸਕਦੇ ਨੇ, ਕਾਨੂੰਨ ਬਣਵਾ ਸਕਦੇ ਨੇ। ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ, ਜੋ ਆਪਾਂ ਪੜ੍ਹ ਲਿਆ ਸੀਗਾ। ਲੋਕਮਤ ਦਾ ਕੀ ਮਹੱਤਵ ਹੈ ਕਿ ਲੋਕ ਆਪਣੇ ਮਤ ਦੇ ਕੇ ਆਪਣੀ ਸਰਕਾਰ ਚੁਣ ਸਕਦੇ ਨੇ। ਸੇਮ ਜਿਹੇ ਹੀ ਆਨਸਰ ਆ ਰਹੇ ਨੇ ਸਭ ਦੇ। ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ, ਤਾਂ ਸਵਿਟਜ਼ਰਲੈਂਡ। ਹੁਣੇ ਆਪਾਂ ਲਾਸਟ ਲਾਈਨ ਪੜ੍ਹੀ ਸੀ, ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਤਾਂ ਇਹ ਵੱਡੇ ਕੁਐਸਚਨ ਆ ਗਏ ਹੈ। ਲੋਕਤੰਤਰ ਦੇ ਹੋਂਦ ਦੇ ਵਿੱਚ ਆਉਣ ਬਾਰੇ ਤੁਸੀਂ ਨੋਟ ਲਿਖੋ। ਜੋ ਆਪਾਂ ਪੜ੍ਹਿਆ ਸੀਗਾ ਜਿੱਥੇ ਇਬਰਾਹਿਮ ਲਿੰਕਨ ਦੀ ਇਹ ਫੋਟੋ ਲੱਗੀ ਹੋਈ ਹੈ, ਇਹ ਹੋਂਦ ਵਿੱਚ ਆਉਣ ਬਾਰੇ ਹੀ ਦਿੱਤਾ ਹੋਇਆ। ਇਹਨੂੰ ਆਪਾਂ ਡਿਟੇਲ ਨਾਲ ਪੜ੍ਹ ਸਕਦੇ ਹਾਂ, ਇੱਥੋਂ ਲਿਖ ਸਕਦੇ ਹਾਂ। ਇਹ ਜੋ ਦਿੱਤਾ ਹੋਇਆ ਕਿ ਐਥਨਸ ਦੇ ਵਿੱਚ ਇਹਦਾ ਜਨਮ ਹੋਇਆ ਅਤੇ ਠੀਕ ਹੈ। ਫਿਰ ਇਹ ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਦੇ ਵਿੱਚ ਸਥਾਪਿਤ ਹੋਈ ਸੀਗੀ, ਐਥਨਸ। ਤੇ ਇਹ ਆਪਾਂ ਪੜ੍ਹਿਆ ਸੀਗਾ, ਉੱਥੋਂ ਹੀ ਆ ਜਾਏਗਾ। ਲੋਕਤੰਤਰੀ ਸਰਕਾਰ ਦੇ 4 ਵੱਖ-ਵੱਖ ਰੂਪਾਂ ਦੇ ਨਾਂ, 4 ਵੱਖ-ਵੱਖ ਰੂਪ ਪੜ੍ਹੇ ਸੀਗੇ ਆਪਾਂ। ਇਕਾਤਮਕ, ਸੰਘਾਤਮਕ, ਪ੍ਰਧਾਨਾਤਮਕ, ਇਹ ਜੋ 4 ਰੂਪ ਪੜ੍ਹੇ ਸੀਗੇ ਆਪਾਂ। ਇੱਕ ਸੰਸਦਾਤਮਕ ਵੀ ਪੜ੍ਹਿਆ ਸੀਗਾ। ਲੋਕਤੰਤਰ ਸਰਕਾਰ ਦੀਆਂ ਕੋਈ 2 ਵਿਸ਼ੇਸ਼ਤਾਵਾਂ ਕੀ ਸੀਗੀਆਂ। ਇਹਦੇ ਵਿੱਚ ਲੋਕ ਜੋ ਆ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਨੇ, ਲੋਕਾਂ ਨੂੰ ਸੁਤੰਤਰਤਾ ਮਿਲਦੀ ਹੈ, ਸਮਾਨਤਾ ਮਿਲਦੀ ਹੈ। ਇਹ ਜੋ ਆਪਾਂ ਇਹਦੇ ਵਿੱਚ ਲਿਖ ਸਕਦੇ ਹਾਂ। ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ। ਲੋਕਾਂ ਨੂੰ ਸਮਾਜਿਕ ਆਧਾਰ 'ਤੇ ਕੋਈ ਵਿਤਕਰਾ ਨਾ ਹੋਵੇ, ਆਰਥਿਕ ਆਧਾਰ 'ਤੇ ਗਰੀਬੀ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੁੰਦਾ। ਲੋਕਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਅਤੇ ਗਰੀਬ ਜਾਂ ਆਰਥਿਕ ਆਧਾਰ 'ਤੇ ਕਮਜ਼ੋਰ ਵਰਗਾਂ ਨੂੰ ਰਾਖਵਾਂਕਰਨ ਵੀ ਮਿਲਦਾ। ਤਾਂ ਇਹ ਜੋ ਹੈ ਇੱਥੇ ਸਮਾਨਤਾ ਦੇ ਬਾਰੇ ਆਪਾਂ ਲਿਖ ਸਕਦੇ ਹਾਂ। ਆਧੁਨਿਕ ਯੁੱਗ ਵਿੱਚ ਲੋਕਤੰਤਰ ਸਰਕਾਰ ਹਰਮਨ ਪਿਆਰੀ ਕਿਉਂ ਹੈ। ਤਾਂ ਹਰਮਨ ਪਿਆਰੀ ਕਿਉਂ ਹੈ, ਆਪਾਂ ਲਾਸਟ ਵਾਲਾ ਪੁਆਇੰਟ ਵੇਖਿਆ ਸੀਗਾ, ਉਹਦੇ 6 ਪੁਆਇੰਟ ਕਰ ਲਏ ਸੀਗੇ ਆਪਾਂ। ਤਾਂ ਇਹ ਆਪਾਂ ਇਹਦੇ ਵਿੱਚ ਲਿਖ ਸਕਦੇ ਹਾਂ ਕਿ ਕਿਉਂ ਹੈ ਹਰਮਨ ਪਿਆਰੀ। ਇਹ ਇਸੇ ਦਾ ਹੀ ਪਾਰਟ ਸੀਗਾ। ਭਾਰਤ ਵਿੱਚ ਦੇਸ਼ ਦਾ ਮੁਖੀਆ ਰਾਸ਼ਟਰਪਤੀ ਨਿਸ਼ਚਿਤ ਸਮੇਂ ਦੇ ਲਈ ਚੁਣਿਆ ਜਾਂਦਾ ਹੈ। ਇਸ ਲਈ ਭਾਰਤ ਇੱਕ ਹੈ, ਗਣਰਾਜ ਹੈ। ਭਾਰਤ ਇੱਕ ਕੀ ਹੈ, ਗਣਰਾਜ ਹੈ, ਕਿਉਂਕਿ ਇੱਕ ਨਿਸ਼ਚਿਤ ਸਮੇਂ ਦੇ ਲਈ 5 ਸਾਲਾਂ ਦੇ ਲਈ ਆਪਾਂ ਰਾਸ਼ਟਰਪਤੀ ਦੀ ਚੋਣ ਕਰਦੇ ਹਾਂ। ਇਸ ਲਈ ਭਾਰਤ ਇੱਕ ਗਣਰਾਜ ਹੈ। ਗਣਰਾਜ ਦਾ ਭਾਵ ਜਿਸ ਦੇਸ਼ ਦਾ ਮੁਖੀ ਜੋ ਹੈ ਸੱਤਾਧਾਰੀ ਦਾ ਉੱਤਰਾਧਿਕਾਰੀ ਨਹੀਂ ਹੁੰਦਾ, ਜਾਂ ਕਹੀਏ ਕਿ ਰਾਜੇ ਦਾ ਬੇਟਾ ਰਾਜਾ ਨਹੀਂ ਬਣਦਾ, ਜਾਂ ਵੰਸ਼ਾਨੁਗਤ ਸ਼ਾਸਨ ਨਹੀਂ ਚੱਲਦਾ, ਬਲਕਿ ਲੋਕ ਦੇਸ਼ ਦਾ ਰਾਸ਼ਟਰਪਤੀ ਖੁਦ ਚੁਣਦੇ ਆ। ਬਾਲਗ ਵੋਟ ਮਤਾਧਿਕਾਰ ਦੇ ਰਾਹੀਂ ਆਪਣੇ ਪ੍ਰਤੀਨਿਧ ਚੁਣ ਕੇ ਜੋ ਸੰਸਦ ਦੇ ਵਿੱਚ ਜਾਂ ਰਾਜ ਵਿਧਾਨ ਸਭਾ ਦੇ ਵਿੱਚ ਭੇਜਦੇ ਆ, ਉਹ ਪ੍ਰਤੀਨਿਧੀ ਅੱਗੇ ਜਾ ਕੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲੈਂਦੇ ਆ। ਅਪ੍ਰਤੱਖ ਤੌਰ 'ਤੇ ਰਾਸ਼ਟਰਪਤੀ ਦਾ ਜੋ ਹੈ ਚੋਣ ਹੁੰਦੀ ਹੈ। ਇੱਕ ਕੁਐਸਚਨ ਆਉਂਦਾ ਹੈ ਕਿ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ। ਆਪਸ਼ਨ ਦੇ ਦੇਗਾ ਪ੍ਰਤੱਖ ਤੌਰ 'ਤੇ ਜਾਂ ਅਪ੍ਰਤੱਖ ਤੌਰ। ਤਾਂ ਆਪਣਾ ਹੈਗਾ ਅਪ੍ਰਤੱਖ ਤੌਰ 'ਤੇ ਇਹਨਾਂ ਦੀ ਚੋਣ ਹੁੰਦੀ ਹੈ। ਰਾਸ਼ਟਰਪਤੀ ਦਾ ਜੋ ਚੋਣ ਵਿਧੀ ਹੈ ਉਹ ਹੈ ਅਪ੍ਰਤੱਖ ਤੌਰ ਦੀ। ਆਪਣੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਇਹਦੀ ਚੋਣ ਨਹੀਂ ਹੁੰਦੀ, ਬਲਕਿ ਇਹਦੇ ਵਿੱਚ ਕੌਣ ਭਾਗ ਲੈਂਦੇ ਹੈ। ਸੰਸਦ ਦੇ ਜੋ ਮੈਂਬਰ ਨੇ ਉਹ ਭਾਗ ਲੈਂਦੇ ਨੇ, ਰਾਜ ਵਿਧਾਨ ਸਭਾਵਾਂ ਦੇ ਜੋ ਮੈਂਬਰ ਨੇ ਉਹ ਭਾਗ ਲੈਂਦੇ ਨੇ, ਅਤੇ ਇਹਨਾਂ ਦੇ ਨਾਲ ਹੁੰਦੇ ਆ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜੋ MLAs ਜੋ ਚੁਣੇ ਹੁੰਦੇ ਆ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ। ਇਹ ਸਾਰੇ ਮੈਂਬਰ ਮਿਲ ਕੇ ਇਕੱਲ ਹਸਤਾਂਤਰਿਤ ਚੋਣ ਪ੍ਰਣਾਲੀ ਹੈਗੀ ਹੈ ਜੋ ਇਹਦੀ।
ਉਹਦੇ ਰਾਹੀਂ ਇਸ ਨੂੰ ਵੋਟ ਨੂੰ ਚੁਣਦੇ, ਰਾਸ਼ਟਰਪਤੀ ਨੂੰ ਚੁਣਦੇ ਨੇ। ਫਿਰ ਹੈ ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮਾਤਰ ਮੁਖੀ ਰਾਸ਼ਟਰਪਤੀ ਹੈ। ਇੱਥੇ ਆਪਣਾ ਰਾਸ਼ਟਰਪਤੀ ਆ ਜਾਏਗਾ। ਅਤੇ ਰਾਜ ਸਰਕਾਰ ਦਾ ਨਾਮਾਤਰ ਦਾ ਮੁਖੀ ਕੌਣ ਹੈ? ਰਾਜਪਾਲ ਹੈ। ਲੋਕਤੰਤਰ ਦਾ ਆਰੰਭ ਯੂਨਾਨ ਦੇ ਐਥਨ ਸ਼ਹਿਰ ਦੇ ਵਿੱਚ ਹੋਇਆ ਸੀਗਾ। ਤੀਜਾ ਆਪਾਂ ਖਾਲਿਸਤਾਨ ਵੇਖ ਲਿਆ। ਡੈਸੀ ਅਜਿਹਾ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਚੱਲਦਾ ਹੈ। ਅਤੇ ਇੱਥੇ ਸਵਿਟਜ਼ਰਲੈਂਡ ਆ ਜਾਏਗਾ ਆਪਣਾ। ਸਵਿਟਜ਼ਰਲੈਂਡ ਜੋ ਆਪਾਂ ਸਭ ਤੋਂ ਲਾਸਟ ਲਾਈਨ ਪੜ੍ਹੀ ਸੀਗੀ, ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਚੱਲਦਾ ਹੈ। ਲੋਕਤੰਤਰ ਦੇ ਮੁੱਢਲੇ ਆਦਰਸ਼ ਕਹਿੰਦੇ ਸਮਾਨਤਾ ਅਤੇ ਬੰਧੁਤਾ ਵੀ ਲਿਖ ਸਕਦੇ ਹਾਂ। ਜੋ ਆਪਾਂ ਆਦਰਸ਼ ਪੜ੍ਹੇ ਸੀਗੇ ਇਹਦੇ ਸ਼ੁਰੂ ਦੇ ਵਿੱਚ, ਉਹ ਆਪਾਂ ਇੱਥੇ ਲਿਖ ਸਕਦੇ ਹਾਂ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਠੀਕ ਹੈ, ਲੋਕਤੰਤਰੀ ਗਣਰਾਜ ਹੈ। ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਚੱਲਦਾ ਹੈ, ਤਾਂ ਠੀਕ ਹੈ। ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਕਾਂ ਨੂੰ ਹੀ ਪ੍ਰਾਪਤ ਹੈ। ਇਹ ਗਲਤ ਹੈ, ਕੁਝ ਬਾਲਕਾਂ ਨੂੰ ਪ੍ਰਾਪਤ ਨਹੀਂ ਹੈ, ਬਲਕਿ ਸਾਰੇ ਬਾਲਕ ਜੋ 18 ਸਾਲ ਤੋਂ ਉੱਪਰ ਦੇ ਨੇ ਉਹਨਾਂ ਨੂੰ ਪ੍ਰਾਪਤ ਹੈ। ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ, ਤਾਂ ਕਾਨੂੰਨ ਦਾ ਰਾਜ ਹੁੰਦਾ ਲੋਕਤੰਤਰੀ ਰਾਜ ਵਿੱਚ, ਲੋਕਤੰਤਰੀ ਦੇਸ਼ ਦੇ ਵਿੱਚ। ਇਹ ਸਹੀ ਹੈ। ਤਾਂ ਵੇਖ ਲੈਂਦੇ ਹਾਂ ਕਿਹੜਾ ਹੈ। ਭਾਰਤ, ਇਹ ਵੀ ਠੀਕ ਹੈ। ਸਵਿਟਜ਼ਰਲੈਂਡ ਵਿੱਚ ਸਿੱਧਾ ਲੋਕਤੰਤਰ ਚੱਲਦਾ ਹੈ, ਇਹ ਵੀ ਠੀਕ ਹੈ। ਸਾਡੇ ਵੋਟਰ ਪਾਉਣ ਕੁਝ ਬਾਲਕਾਂ ਨੂੰ, ਇਹ ਗਲਤ ਹੈ। ਫਿਰ ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ, ਇਹ ਠੀਕ ਹੈ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇ ਵਿੱਚ ਹੋਈ ਸੀਗੀ, ਇਹ ਠੀਕ ਹੈ। ਲਗਭਗ ਆਪਾਂ ਠੀਕ ਹੀ ਹੈ, ਆਧੁਨਿਕ ਫਰਾਂਸ ਦੇ ਵਿੱਚ ਹੀ ਪੜ੍ਹੀ ਸੀਗੀ। ਤਾਂ ਅੱਗੇ ਆਪਣਾ ਹੈਗਾ ਬਹੁ ਵਿਕਲਪੀ ਜੋ ਆਪਾਂ ਨੇ ਪ੍ਰਸ਼ਨ ਦਿੱਤੇ ਹੋਏ ਆ 2-3, ਉਹ ਪੜ੍ਹ ਲੈਂਦੇ ਹਾਂ। ਲੋਕਤੰਤਰੀ ਸਰਕਾਰ ਲੋਕਾਂ ਦੇ ਲਈ ਜਾਂ ਲੋਕਾਂ ਦੁਆਰਾ ਇਹ ਕਥਨ ਕਿਸ ਦਾ ਹੈ? ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਇਸ ਤਰ੍ਹਾਂ ਦਾ ਕੋਈ ਪ੍ਰਸ਼ਨ ਪੁੱਛਿਆ ਜਾਏਗਾ, ਤਾਂ ਇਹ ਪੁੱਛ ਲਿਆ। ਇਹ ਆਪਾਂ ਪੜ੍ਹਿਆ ਸੀਗਾ ਕਿ ਇਬਰਾਹਿਮ ਲਿੰਕਨ ਨੇ ਕਹੀ ਸੀਗੀ ਕਿ ਲੋਕਤੰਤਰੀ ਸਰਕਾਰ ਜੋ ਹੈ ਲੋਕਾਂ ਦੇ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ। ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ? ਤਾਂ ਇਹ ਮੰਨਿਆ ਗਿਆ ਹੈ ਲੋਕਤੰਤਰੀ ਸਰਕਾਰ ਨੂੰ ਮੰਨਿਆ ਗਿਆ। ਤਾਨਾਸ਼ਾਹੀ ਨੂੰ ਨਹੀਂ ਮੰਨਿਆ ਗਿਆ, ਸੈਨਿਕ ਸ਼ਾਸਨ ਨੂੰ ਵੀ ਨਹੀਂ ਮੰਨਿਆ ਗਿਆ, ਤਾਂ ਆਪਣਾ ਮੰਨਿਆ ਗਿਆ ਲੋਕਤੰਤਰੀ ਸਰਕਾਰ ਨੂੰ। ਸੰਸਦੀ ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦਾ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਸੰਸਦੀ ਲੋਕਤੰਤਰੀ ਸਰਕਾਰ ਦੇ ਵਿੱਚ ਜੋ ਹੈ ਦੇਸ਼ ਦੇ ਜੋ ਮੁਖੀ ਆ ਉਹ 2 ਤਰ੍ਹਾਂ ਦੇ ਹੁੰਦੇ ਹੈ। ਇੱਕ ਨਾਮਾਤਰ ਦਾ ਕਾਰਜ ਸਾਧਕ ਹੁੰਦਾ ਹੈ ਅਤੇ ਦੂਜਾ ਅਸਲੀ ਕਾਰਜ ਸਾਧਕ ਹੁੰਦਾ ਹੈ। ਲੋਕਤੰਤਰ ਸਰਕਾਰ ਵਾਲੇ 10 ਦੇਸ਼ਾਂ ਦੀ ਸੂਚੀ ਬਣਾਓ। ਲੋਕਤੰਤਰੀ ਸਰਕਾਰ ਵਾਲੇ 10 ਦੇਸ਼ਾਂ ਦੀ ਸੂਚੀ ਬਣਾਉਣੀ ਹੈ। ਫਿਰ ਇਹ ਤੁਸੀਂ ਆਪ ਬਣਾ ਲੈਣਾ ਕਿਹੜੇ ਦੇਸ਼ਾਂ ਦੇ ਵਿੱਚ ਲੋਕਤੰਤਰ ਹੈਗੇ ਆ, ਤੁਹਾਨੂੰ ਪਤਾ ਹੀ ਹੈ। ਭਾਰਤੀ ਲੋਕਤੰਤਰ ਦੀ, ਜਿਹਦੇ ਵਿੱਚ ਆਪਣਾ ਭਾਰਤ ਸਭ ਤੋਂ ਪਹਿਲਾਂ ਹੀ ਆ ਜਾਏਗਾ। ਭਾਰਤੀ ਲੋਕਤੰਤਰ ਦੀ ਕਾਰਜਕਾਰੀ ਬਾਰੇ ਅਧਿਆਪਕ ਨਾਲ ਵਿਚਾਰ ਵਟਾਂਦਰਾ, ਇਹ ਤਾਂ ਜਵਾਕਾਂ ਦੇ ਕੰਮ ਦਾ ਸੀਗਾ, ਆਪਣੇ ATT ਦੀ ਨਹੀਂ ਹੈ। ਜੇਕਰ ATT ਟੀਚਰ ਹੋ ਗਏ ਹੋ ਤਾਂ ਤੁਹਾਨੂੰ ਇਸ ਨਾਲ ਬਾਰੇ ਲੋਕਤੰਤਰ ਦੇ ਬਾਰੇ ਜਾਣੂ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਅੱਗੇ ਜਾ ਕੇ ਟੀਚਰ ਬਣ ਕੇ ਵਿਦਿਆਰਥੀਆਂ ਨੂੰ ਪੜ੍ਹਾ ਸਕਦੇ ਹੋ। ਤਾਂ ਇੱਥੇ ਆਪਣਾ ਇਹ ਚੈਪਟਰ ਪਹਿਲਾਂ ਖਤਮ ਹੋ ਚੁੱਕਿਆ। ਅੱਗੇ ਆਪਾਂ ਨੈਕਸਟ ਚੈਪਟਰ ਸ਼ੁਰੂ ਕਰਾਂਗੇ। ਅਤੇ ਜਲਦੀ ਆਪਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਜੋ ਹੈ ਇਹਨੂੰ ਅੱਗੇ ਸ਼ੇਅਰ ਕਰੋ ਅਤੇ ਸਬਸਕ੍ਰਾਈਬਰ ਵਧਾਓ ਤਾਂ ਕਿ ਆਪਾਂ ਲਾਈਵ ਆ